ते प्रसाद सचो वाहिगुरु जी की फतेह। विघ्न विनाशन सोई वाहिगुरु जी की फतेह। विघ्न विनाशन सोई सतनाम श्री वाहिगुरु साहिब जी। गुरु गरीब निवाज जे तुम रखोगे सुध मोरी अनंत अगर क्यों जाओगे असन बसन को लोप मोरा सो करवावे निज कर जोरा। वाहिगुरु जी का खालसा वाहिगुरु जी की फतेह। जुगो जुग अटल चवर छत्र तख्तां दे मालक जगदी जोत सर्व शक्तिमान गुरु ग्रंथ साहिब महाराज साईं ने किरपा कीती है संगत जी। अज धन बाबा फतेह सिंह साहिब जी का प्रकाश दिहाड़ा। ये बच्चे नहीं सन जी, कई बारी आपां कहीदा ना छोटे साहिबजादे जां गुरु गोबिंद सिंह दे बच्चे, ये कोई अगम्मी रूहां सी। वो तो सिर्फ साईं दे घर भाग लाउण आईआं सी, क्योंकि छोटियां दा ये काम नहीं है, निक्कियां जिंदां दा ये काम नहीं है। ये काम तां कमाइयां वाले कर सकते हैं। सकते अपने घर च 5 जी आ ते विआह शादी ते गलत काम करन ते अपनी जुरत नहीं पैंदी रोकदी ते उन्हां दे अंदर किन्नी बख्शिश है भी एक पासे 500 तो वध तुरकां दा सभा है। निक्के निक्के जे बच्चे जकारे छड़दे रहे, किन्ने झुके नहीं डरे जी। क्योंकि जिवें जिवें बंदा कमाई करदा ना बंदगी, उवें उवें उहदा डर दूर होई जांदा, ਉਹਦੇ अंदर साईं वसी जाता। जिमें जिमें तुसी नितनेमी होवोगे, संगत विच आओगे, तुहाडा निर्बल हो जाना अंदर। फिर जदों सतगुरु महाराज जी की बख्शिश वाधी वाधी उदों फिर बल मिलता। एक बारी निर्बल हुंदा बंदा कि गुरु साहब जदों प्यार करदे फिर गलतियां चेते आउंदियां, फिर बंदा कंबदा है। पर गुरबाणी कहंदी कर साईं स्यों रंग निवेला होए। कहंदे साईं नाल प्यार पाला, एक बारी कपड़े नूं भी कुट पैंदी है, क्योंकि वो कुट दा कारण है उहदे विचों मैल कड्ढणी। एक बारी बाणी झिड़कदी है, कई गुस्सा मना जाते हैं, पर साध संगत जी गुरबाणी की कुट तो बाद नवां रूप चढ़ जाता। जिदा कपड़े नूं कुट के मैल कढ़ के प्रेस कीती ते चमक मारदा है, इस तरह मेरा गुरु झिड़क के धन मेरे पातशाह कृपा करदे है। फतेह प्रवान करियो जी। वाहिगुरु जी का खालसा वाहिगुरु जी की फतेह। वाहिगुरु वाहिगुरु वाहिगुरु
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, 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 ਜੇ ਗੁਰ ਝਿੜਕੇ ਤਾਂ ਮੀਠਾ ਲਾਗੈ। ਬਖਸ਼ੇ ਦੇ ਵਡਿਆਈ, 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 ਬਖਸ਼ੇ ਦੇ ਵਡਿਆਈ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਗੁਰ ਝਿੜਕੇ ਤਾਂ ਮੀਠਾ ਲਾਗੈ। ਬਖਸ਼ੇ ਦੇ ਵਡਿਆਈ, ਬਖਸ਼ੇ ਦੇ ਵਡਿਆਈ, ਬਖਸ਼ੇ ਦੇ ਵਡਿਆਈ, ਬਖਸ਼ੇ ਦੇ ਵਡਿਆਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਝਿੜਕਦਾ ਨਾ ਮਿੱਠਾ ਸਮਝ ਕੇ ਛਕ ਲਾ। ਕਿਉਂਕਿ ਜਦੋਂ ਛੋਟੇ ਹੁੰਦੇ ਪੜ੍ਹਦੇ ਸੀ ਨਾ, ਸਕੂਲ ਦਾ ਕੰਮ ਨਾ ਕਰਨਾ ਤੇ ਸਕੂਲੇ ਜਾਂਦੇ ਅਰਦਾਸ ਕਰਨੀ ਕਿ ਸਤਿਗੁਰੂ ਮਹਾਰਾਜ ਮੈਂ 10 ਦੀਆਂ ਫੁੱਲੀਆਂ ਚੜਾਉਂ ਤੇ ਮੇਰੇ ਟੀਚਰ ਦਾ ਐਕਸੀਡੈਂਟ ਹੋ ਜੇ। ਛੋਟੇ ਹੁੰਦਿਆਂ ਬਚਪਨਾ ਸੀ, ਉਹਨੂੰ ਪਤਾ ਵੀ ਕੰਮ ਨਹੀਂ ਕੀਤਾ, ਕੁੱਟਣਾ ਕਹਿਣਾ ਮਹਾਰਾਜ ਅੱਜ ਕਿਤੇ ਰਾਜ ਹੀ ਡਿੱਗ ਪਏ। ਇਹ ਮੈਂ ਆਪਣੀ ਜ਼ਿੰਦਗੀ ਹਕੀਕਤ ਦੱਸਦਾ, ਕਿਉਂਕਿ ਹੁਣ ਤੇ ਬੱਚਿਆਂ ਨੂੰ ਟੀਚਰ ਮਾਰਦੇ ਨਹੀਂ, ਬੱਚਿਆਂ 'ਚ ਜਾਨ ਨਹੀਂ ਹੈਗੀ। ਤੇ ਜਦੋਂ ਆਪਣਾ ਸਮਾਂ ਤੇ ਬੜੀ ਫੈਟੀ ਲਾਉਂਦੇ ਸੀ, ਫੱਟੀ ਤੋੜ ਦਿੰਦੇ ਸੀ ਮਾਰ ਮਾਰ ਕੇ। ਤੜਕੇ ਪੋਹ ਮਾਘ ਦੇ ਦਿਨ ਹੋਣੇ ਤੇ ਤੂਤ ਦੀ ਪ੍ਰੈਣੀ ਨਾ ਕੁੱਟਣਾ। ਉਦੋਂ ਬੱਚੇ ਤਗੜੇ ਸੀ, ਹੁਣ ਬੱਚੇ ਵਿਚਾਰੇ ਤੇ ਪਹਿਲਾਂ ਡਿੱਗਦੇ ਫਿਰਦੇ। ਕਈ ਬੱਚੇ ਪ੍ਰੇਰ ਦੇ ਵਿੱਚ ਦੰਦਲ ਪੈ ਜਾਂਦੀ, ਕਿਉਂਕਿ ਖਾਣਾ ਵੀ ਜ਼ਹਿਰ, ਪੀਣਾ ਵੀ ਜ਼ਹਿਰ, ਸੌਣਾ ਜ਼ਹਿਰ। ਕਹਿੰਦੇ ਬਾਬਾ ਜੀ ਕਿੱਦਾਂ? ਮੈਂ ਕਿਹਾ ਬੱਚਿਆਂ ਦੀ ਨੀਂਦ ਨਹੀਂ ਪੂਰੀ ਹੁੰਦੀ, ਕਿਉਂਕਿ ਤੜਕੇ ਬੱਚਾ 7-8 ਵਜੇ ਤਾਈਂ ਸੌਵੇਂ ਤੇ ਫੇਰ ਆ ਤੇ 4 ਵਜੇ ਬੱਚੇ ਨੂੰ ਉਠਾ ਕੇ ਕਹਿੰਦਾ ਵੀ 6 ਵਜੇ ਬੱਸ ਆ ਜਾਣੀ। ਤੇ ਸਾਰਾ ਦਿਨ ਸਕੂਲੇ ਸੰਗਤੇ ਆਪਾਂ ਇੱਥੇ 1 ਘੰਟਾ ਕਥਾ 'ਚ ਨਹੀਂ ਬਹਿ ਸਕਦੇ। ਸਾਰਾ ਦਿਨ ਬੱਚੇ ਸਕੂਲੇ ਬਹਿੰਦੇ ਬੈਂਚ ਦੇ ਉੱਤੇ, ਤੇ 3 ਵਜੇ ਆਉਂਦੇ ਚਾਹ ਪਾਣੀ ਪਿਆ ਕੇ ਟਿਊਸ਼ਨ ਤੇ ਉਹਨਾਂ ਵਿਚਾਰਿਆਂ ਦੀ ਨੀਂਦ ਵੀ ਜ਼ਹਿਰ, ਖਾਣਾ ਵੀ ਜ਼ਹਿਰ, ਪੀਣਾ ਵੀ, ਤੇ ਉਹਨਾਂ ਦਾ ਭਵਿੱਖ ਕੀ ਬਣੂਗਾ? ਉਹ ਗੱਲਾਂ ਨਹੀਂ ਹੁਣ ਰਹਿ ਗਈਆਂ, ਖਤਮ ਜ਼ਿੰਦਗੀ। ਆਪਣਾ ਸਮਾਂ ਸੀ, ਆਪਾਂ ਕੁੱਟ ਵੀ ਖਾਂਦੇ ਸੀ, ਖੇਡਦੇ ਵੀ ਸੀ ਤੇ ਸੌਂਦੇ ਵੀ ਸੀ, ਅੱਧੀ ਛੁੱਟੀ ਸਾਰੀ ਹੀ। ਤੇ ਤਾਂ ਮੈਂ ਕਿਹਾ ਕਿਉਂਕਿ ਬਾਣੀ ਕਹਿੰਦੀ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਤੇ ਉਦੋਂ ਟੀਚਰ ਨੂੰ ਬਦਦੁਆਈ ਦੇਣੀਆਂ, ਕਹਿਣਾ ਇਹ ਮਰ ਜੇ, ਰਾਹ 'ਚ ਡਿੱਗ ਪਏ, ਇਹਦਾ ਸਕੂਟਰ ਪਲਟ ਜੇ। ਤੇ ਮਾਸਟਰ ਨੇ ਫੇਰ ਆ ਜਾਣਾ, ਕਹਿਣਾ ਬਾਬਾ ਤੈਨੂੰ 10 ਦੀਆਂ ਫੁੱਲੀਆਂ ਚੜਾਈਆਂ, ਤੂੰ ਫੇਰ ਨਹੀਂ ਸੁਣੀ। ਪਰ ਜਦੋਂ ਅੱਜ ਚੇਤਾ ਕਰੀਦਾ ਫਿਰ ਆਖੀਦਾ ਸਤਿਗੁਰੂ ਉਹਨਾਂ ਦੀ ਵੱਡੀ ਉਮਰ ਹੋਵੇ, ਕਿਉਂਕਿ ਜੇ ਉਹ 4 ਅੱਖਰ ਪੜ੍ਹ ਲਏ ਸੀ ਨਾ, ਅੱਜ ਕੰਮ ਆ ਗਏ। ਤੋ ਖੈਰ ਸਤਿਗੁਰੂ ਮਹਾਰਾਜ ਕਿਰਪਾ ਕਰੇ, ਆਪਾਂ ਨੂੰ ਵੀ ਉਦਣ ਪਤਾ ਲੱਗਣਾ ਗੁਰੂ ਗ੍ਰੰਥ ਸਾਹਿਬ ਦਾ ਜਿੱਦਣ 4 ਜਣਿਆਂ ਨੇ ਚੁੱਕ ਲਿਆ। ਅਜੇ ਮੈਂ ਵੇਖਿਆ ਕਈ ਬੰਦੇ ਬੀਬੀਆਂ ਬੜਾ ਮੂੰਹ ਜਿਹਾ ਮਰੋੜਦੇ ਕਥਾ ਕੀਰਤਨ, ਇੱਥੇ ਤੇ ਆਉਂਦੇ ਸਰੋਤੇ, ਦੂਜਾ ਆਉਂਦਾ ਨਹੀਂ। ਜਦੋਂ ਪਿੰਡਾਂ 'ਚ ਕਾਬੂ ਆਉਂਦੇ ਨਾ ਘਰਾਂ 'ਚ,
ਜਦੋਂ ਪ੍ਰੋਗਰਾਮ ਘਰ ਦਾ ਰੱਖਿਆ ਹੁੰਦਾ ਕਈਆਂ ਤੇ ਉੱਥੇ ਨਵੇਂ ਨਵੇਂ ਕਈ ਹੁੰਦੇ ਜਿਨ੍ਹਾਂ ਕਦੀ ਸੁਣੀ ਨਹੀਂ, ਤੇ ਉਹਨਾਂ ਦੇ ਮੂੰਹ ਵੇਖਣ ਵਾਲੇ ਹੁੰਦੇ। ਫਿਰ ਜਦੋਂ ਗੁਰੂ ਦੀ ਗੱਲ ਚੱਲਦੀ ਵੀ ਨਾ ਉਹ ਭੱਜਣ ਜੋਗੇ ਹੁੰਦੇ ਤੇ ਨਾ ਇੱਕ ਦੂਜੇ ਨੂੰ ਕਰੀ ਜਾਂਦੇ, ਕਹਿੰਦੇ ਆਹ ਬਾਬਾ ਕਿਹੜਾ ਸੱਦਿਆ ਹੈ, ਇਹ ਤੇ ਬੇਇੱਜ਼ਤੀ ਕਰੀ ਜਾਂਦਾ। ਉਹ ਬੇਇੱਜ਼ਤੀ ਮਹਿਸੂਸ ਹੁੰਦੀ, ਕਿਉਂ ਹੁੰਦੀ? ਕਿਉਂਕਿ ਗੁਰੂ ਚਪੇੜਾ ਮਾਰਦਾ। ਤੇ ਉਹ ਕਹਿੰਦੇ ਜੇ ਗੁਰ ਝਿੜਕੇ ਤਾਂ ਮੀਠਾ ਲਾਗੇ। ਕਹਿੰਦੇ ਜਿਹੜਾ ਟੀਚਰ ਦੀ ਝਿੜਕ ਤੇ ਮਾਂ ਪਿਓ ਦੀ ਝਿੜਕ ਝੱਲ ਗਿਆ ਉਹ ਤਰ ਗਿਆ, ਤੇ ਜਿੰਨੇ ਮਾਂ ਪਿਓ ਤੇ ਟੀਚਰ ਨੂੰ ਅੱਗੋਂ ਜਵਾਬ ਦਿੱਤਾ ਉਹ ਰੁਲ ਗਿਆ। ਸੰਗਤੇ, ਮਾਂ ਦੀਆਂ ਸੀਸਾਂ ਰਾਜ ਬਹਾਵਣ ਦੇਵਣ ਮੁਲਕ ਜਗੀਰੀ। ਮਾਂ ਪਿਓ ਦੀਆਂ ਸੀਸਾਂ ਬੰਦੇ ਨੂੰ ਤਖਤ ਲੈ ਕੇ ਦਿੰਦੀਆਂ, ਤੇ ਮੈਂ ਤਖਤ ਬਾਪੂ ਦੇ ਤੇ ਬੈਠਾ ਕਿਉਂਕਿ ਮੈਂ ਸੀਸਾਂ ਲਈਆਂ ਦਾਦੀ ਦੀਆਂ। ਬੜੀ ਸੇਵਾ ਕੀਤੀ ਦਾਦੀ ਮਾਂ ਦੀ, ਤੇ ਸੀਸਾਂ ਇੱਥੋਂ ਤੱਕ ਲੈ ਆਈਆਂ ਮੈਨੂੰ। ਪੜ੍ਹਿਆ ਪੁੜਿਆ ਨਹੀਂ ਮੈਂ ਇੰਨਾ ਭਾਈ, ਅਨਪੜ੍ਹੀਆਂ। ਗੁਰੂ ਸਾਹਿਬ ਨੇ ਤਰਸ ਕੀਤਾ। ਪਰ ਸੱਚ ਜਾਣਿਓ, ਸੀਸ ਲਿਆ ਕਰੋ ਕਿਸੇ ਦੀ, ਬਦਦੁਆ ਨਹੀਂ ਲੈਣੀ। ਇਸ ਕਰਕੇ ਕਿਉਂਕਿ ਜਿਹੜਾ ਤੁਹਾਨੂੰ ਗੁਣ ਦਿੰਦਾ ਨਾ ਉਹਦੀ ਸੁੱਖ ਮੰਗੋ, ਉਹਦਾ ਸਤਿਕਾਰ ਕਰੋ। ਕਿਉਂਕਿ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਤੇ ਉਹਨੂੰ ਭੇਟਾ ਕੀ ਦੇਵਾਂ ਹੋ ਤਿਸ ਪੈ ਆਪ ਵਿਚਾਈ। ਗੁਰੂ ਅਰਜਨ ਸਾਹਿਬ ਕਹਿੰਦੇ ਜੇ ਮੈਨੂੰ ਆਪਣਾ ਆਪ ਵੀ ਵੇਚਣਾ ਪੈ ਜੇ ਨਾ ਰੱਬ ਦੇ ਪਿਆਰੇ ਵਾਸਤੇ। ਸੰਗਤੀ ਤੁਹਾਨੂੰ ਪਤਾ ਇਸ ਪੰਕਤੀ ਦੇ ਅਰਥ ਹੋਣੇ 13 ਪੋਹ ਨੂੰ। ਸੇਠ ਟੋਡਰ ਮੱਲ ਦੇ ਉਹਨੇ ਗੁਰੂ ਦੇ ਲਾਲਾਂ ਬਦਲੇ ਆਪਣਾ ਤਨ ਘਰ ਬਾਰ ਮੱਝਾਂ ਗਾਵਾਂ ਸੋਨਾ ਚਾਂਦੀ ਸਭ ਕੁਝ ਹੀ ਵੇਚਤਾ। ਤੇ 78,000 ਮੋਹਰ ਐਵੇਂ ਨਹੀਂ ਸੀ ਇਕੱਠੀ ਹੋਈ। ਅੱਜ ਦਾ 2 ਅਰਬ 50 ਕਰੋੜ। ਇੱਥੋਂ ਪਤਾ ਲੱਗਦਾ ਵੀ ਸੇਠ ਟੋਡਰ ਮੱਲ ਕੱਲਾ ਨਾਂ ਦਾ ਹੀ ਸੇਠ ਨਹੀਂ, ਵਾਕਈ ਸੇਠ ਸੀ। ਇੰਨੀ ਰਕਮ 2 ਦਿਨਾਂ 'ਚ ਉਹ ਇਕੱਠੀ ਕਰੂ ਜਿਹਦੇ ਕੋਲ ਆਪਾਂ ਨੂੰ ਬੱਚੇ ਬਾਹਰ ਭੇਜਣੇ। ਇਹ ਆਪਣੇ ਕੋਲ 15-16 ਲੱਖ ਨਹੀਂ ਇਕੱਠਾ ਹੁੰਦਾ। ਸਾਰੇ ਰਿਸ਼ਤੇਦਾਰਾਂ ਨੂੰ ਪੁੱਛੀਦਾ। ਤੇ ਜਿਹੜੇ ਬੰਦੇ ਨੇ 2 ਰਾਤਾਂ 'ਚ, ਕਿਉਂਕਿ 48 ਘੰਟੇ ਬੱਬਰ ਸ਼ੇਰ ਨੇ ਰਾਖੀ ਕੀਤੀ ਸਾਹਿਬਜ਼ਾਦਿਆਂ ਤੇ ਮਾਤਾ ਦੇ ਸਰੀਰਾਂ ਦੀ, 48 ਘੰਟਿਆਂ ਦੇ ਵਿੱਚ 2 ਅਰਬ 50 ਕਰੋੜ ਰੁਪਈਆ ਇਕੱਠਾ ਕਰਨਾ ਬੜਾ ਅਹਿਮੀਅਤ ਰੱਖਦਾ ਏ। ਪਰ ਉਹਨੇ ਅਰਥ ਕਰਤੇ ਇਸ ਪੰਕਤੀ ਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਈ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਰਹਿਮਤ ਦਾ ਮੀਂਹ ਪਾਉਣ। ਤੇ ਦੂਜੀ ਪੰਕਤੀ ਕਹਿੰਦੀ ਹੈ ਕੋਈ ਜਨ ਹਰਿ ਸਿਉ ਦੇਵੈ ਜੋਰ। ਗੁਰੂ ਅਰਜਨ ਸਾਹਿਬ ਦੀਆਂ ਨਜ਼ਰਾਂ 'ਚ ਕਹਿੰਦੇ ਕੋਈ ਰੱਬ ਦੀ ਗੱਲ ਸੁਣਾਉਂਦਾ ਤੁਹਾਨੂੰ ਨਾ ਚੰਗੇ ਪਾਸੇ ਲਾਉਂਦਾ ਏ, ਤੇ ਕੀ ਕਰੋ? ਚਰਨ ਗਹੋ, ਉਹਦੇ ਪੈਰਾਂ ਨੂੰ ਫੜ ਲਓ। ਬਕੋ ਸੁਭ ਰਸਨਾ, ਆਪਣੀ ਜ਼ੁਬਾਨ ਨਾਲ ਉਹਦਾ ਧੰਨਵਾਦ ਹੀ ਕਰੀ ਜਾਓ। ਦੀਜੈ ਪ੍ਰਾਣ ਅਕੋਰ। ਪਹਿਲਾਂ ਚਰਨ ਫੜੋ, ਫਿਰ ਜ਼ੁਬਾਨ ਨਾਲ ਕਹੋ ਭਾਈ ਗ੍ਰੰਥੀ ਸਾਹਿਬ ਜੀ, ਰਾਗੀ ਜੀ, ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਧੰਨ ਹੈ ਜਿਨ੍ਹੇ ਸਾਡੇ ਘਰਾਂ 'ਚ ਬਾਣੀ ਸੁਣਾਈ। ਤੇ ਬਾਅਦ 'ਚ ਜੇ ਉਹ ਭੇਟਾ ਮੰਗੇ ਤੇ ਕੀ ਦੇਣਾ? ਗੁਰੂ ਅਰਜਨ ਸਾਹਿਬ ਕਹਿੰਦੇ ਦੀਜੈ ਪ੍ਰਾਣ ਅਕੋਰ। ਆਪਣੇ ਸਾਹ ਕੱਢ ਕੇ ਆਖੋ ਜੇ ਵੀ ਤੇਰਾ ਲਿਆ ਸਰਦਾ ਤੇ ਲੈ ਲਾ। ਪਰ ਅੱਜ ਉਲਟਾ, ਅੱਜ ਕਹਿੰਦੇ ਕੋਈ ਜਨ ਹਰਿ ਸਿਉ ਦੇਵੈ, ਜਿਹੜਾ ਰੱਬ ਦੀ ਗੱਲ ਕਰਦਾ ਨਾ ਉਹਦੀਆਂ ਲੱਤਾਂ ਵੱਢ ਦਿਓ। ਹਾਂਜੀ, ਜਿਹੜਾ ਰੱਬ ਦੇ ਪਾਸੇ ਤੁਹਾਡੇ ਬੱਚਿਆਂ ਨੂੰ ਲਾਉਂਦਾ ਗੁਰੂ ਵੱਲੇ, ਉਹਨੂੰ ਧੱਕੇ ਮਾਰ ਕੇ ਘਰੋਂ ਕੱਢ ਦਿਓ। ਤੇ ਜ਼ੁਬਾਨ ਨਾਲ ਸ਼ੁਭ ਰਸਨਾ ਤੋਂ ਨਹੀਂ ਬੋਲਣਾ। ਸਭ ਤੋਂ ਵੱਧ ਗਾਲਾਂ ਪੈਂਦੀਆਂ ਰੱਬ ਦੀ ਕਥਾ ਵਾਲੇ, ਕਿਉਂਕਿ ਲੋਕੀ ਸੜੇ ਬਣੇ ਆ। ਜਿਨ੍ਹਾਂ ਨੇ ਆਪਣੀ ਬੇਅਦਬੀ ਕੀਤੀ ਹੁੰਦੀ, ਗਲਤ ਹੁੰਦੀ, ਉਹ ਇਹ ਨਹੀਂ ਕਹਿੰਦੇ ਮਹਾਰਾਜ ਬਖਸ਼ ਲਈ, ਉਹ ਕਹਿੰਦੇ ਐ ਬਾਬਾ ਚਪੇੜਾਂ ਖਾਊ। ਇਹ ਖਾਧੀ ਖੜੋਤਾ ਹੁਣ 2-3 ਦਿਨਾਂ, ਇਹ ਤੇ ਕਿਤੇ ਉਹ ਪੱਕੀਆਂ ਪੈ ਜਾਣੀਆਂ, ਇਹ ਤੇ ਤਵਾ ਹੀ ਲਾਈ ਜਾਂਦਾ। ਤੇ ਗੁਰਬਾਣੀ ਕਹਿੰਦੀ ਇੰਨਾ ਸਤਿਕਾਰ, ਇੰਨਾ ਗੁਰੂ ਅਰਜਨ ਸਾਹਿਬ ਕਹਿੰਦੇ, ਤੇ ਆਪਾਂ ਧਿਆਨ ਮਾਰੀਏ। ਆਪਾਂ ਕਹਿ ਦਿੱਤਾ ਨਹੀਂ ਜੀ ਬੰਦ ਹੀ ਕਰ ਦਿਓ ਸਪੀਕਰ। ਔਰ ਨੋਟ ਕਰ ਲੈਣੀ, ਕਿਉਂਕਿ ਆਪਾਂ ਇੱਥੋਂ ਸ਼ੁਰੂ ਹੋਏ ਸੀ, ਜੇ ਗੁਰ ਝਿੜਕੇ। ਸਿੱਖਾ ਗੁਰਬਾਣੀ ਬਹੁਤ ਕੁਝ ਪਿਆਰ ਹੈ। ਜਦੋਂ ਲੱਤ ਟੁੱਟਦੀ ਨਾ ਭਾਈ ਸਾਹਿਬ ਦੀ, ਮੈਂ ਗਿਆ ਸੀ ਵੀਰ ਜੀ ਦੇ ਲੋਹੀਆਂ, ਐਕਸੀਡੈਂਟ ਹੋਇਆ, ਤੇ ਮੈਂ ਉੱਥੇ ਜਦੋਂ ਵੇਖਿਆ ਤੇ ਮੈਨੂੰ ਚੱਕਰ ਆ ਗਏ ਸੀ। ਤੇ ਭਾਈ ਸਾਹਿਬ ਇੰਨਾ ਰੋਂਦੇ ਸੀ ਨਾ। ਡਾਕਟਰ ਜਦੋਂ ਲੱਤ ਜੋੜਦੇ ਆ ਨਾ, ਬੰਦਾ ਕਹਿੰਦਾ ਰਹਿਣ ਦਿਓ,
ਮੈਨੂੰ ਛੇੜੋ ਨਾ, ਹੱਥ ਨਾ ਲਾਓ। ਦਰਅਸਲ ਉਹ ਡਾਕਟਰ ਤੈਨੂੰ ਸਤਾਉਣਾ ਨਹੀਂ ਚਾਹੁੰਦੇ, ਤੈਨੂੰ ਬਚਾਉਣਾ ਚਾਹੁੰਦੇ ਹੈ। ਕਿਉਂਕਿ ਜਦੋਂ ਜ਼ਖਮ ਨੂੰ ਸਾਫ਼ ਕਰਨਾ ਉਦੋਂ ਜਾਨ ਨਿਕਲਦੀ। ਲੱਤ ਸਿੱਧੀ ਕੀਤਿਆਂ ਪਰ ਥੋੜੇ ਮਹੀਨੇ ਬਾਅਦ ਉਹੀ ਬੰਦਾ ਕਹਿੰਦਾ ਡਾਕਟਰ ਸਾਹਿਬ ਤੇਰਾ ਮੈਂ ਤੁਰਨ ਜੋਗਾ। ਬਸ ਇਹੋ ਹੀ ਚੀਜ਼ ਬਾਣੀ ਹੈ ਮੇਰਾ ਵੈਦ ਗੁਰੂ ਗੋਬਿੰਦਾ। ਜਦੋਂ ਗੁਰਬਾਣੀ ਵਿਗੜਿਆਂ ਤਿਗੜਿਆਂ ਨੂੰ ਸਾਫ਼ ਕਰਦੀ ਹੈ ਉਦੋਂ ਬੰਦਾ ਭੱਜਦਾ ਗੁਰੂ ਕੋਲੋਂ। ਬੰਦਾ ਕਹਿੰਦਾ ਵੀ ਜਾਂ ਸਪੀਕਰ ਬੰਦ ਹੋ ਜੇ ਤੇ ਜਾਂ ਬਾਬਾ ਚੁੱਪ ਹੋ ਜੇ ਵੀ ਮੈਨੂੰ ਇਹ ਗੱਲ ਨਾ ਸੁਣਾਵੇ ਸੱਚੀ ਕਥਾ। ਇਸ ਕਰਕੇ ਕਈ ਕੀਰਤਨ ਵਾਲੇ ਸਿੰਘ ਹੁੰਦੇ। ਇੱਕ ਵਾਰੀ ਨਾ ਕੀਰਤਨ ਲੱਗੀ, ਚਲੋ ਮੈਂ ਉੱਦਾਂ ਗਿਆ ਤੇ ਭਾਈ ਸਾਹਿਬ ਨੇ ਇੱਕ ਸ਼ਬਦ ਲਾ ਕੇ ਤੇ ਕਥਾ ਸ਼ੁਰੂ ਕੀਤੀ ਤੇ ਇੱਕ ਉੱਠ ਕੇ ਕਹਿੰਦਾ ਬਾਬਾ ਚੁੱਪ ਕਰ ਜਾ। ਇਸੇ ਕਰਕੇ ਹੀ ਕਥਾ ਵਾਜ ਕੇ ਨਹੀਂ ਸੱਦਿਆ। ਤੂੰ ਬੋਲਣਾ ਨਹੀਂ ਕੁਛ, ਕੱਲਾ ਕੀਰਤਨ ਕਰਨਾ ਬਸ। ਇੱਕ ਸ਼ਬਦ ਲਾ, ਫਿਰ ਦੂਜਾ ਲਾ, ਤੀਜਾ ਲਾ, ਸ਼ਬਦ ਭਾਵੇਂ 4 ਲਾ, ਵਿੱਚ ਨਹੀਂ ਬੋਲਣਾ, ਕੱਲਾ ਕੀਰਤਨ ਕਰਨਾ ਹੈ। ਆਖੋ ਸਤਨਾਮ ਵਾਹਿਗੁਰੂ। ਕਿਉਂਕਿ ਬਾਣੀ ਨੇ ਚੱਲੀ ਜਾਣਾ ਹੈ। ਉਹਨੂੰ ਪਤਾ ਜਦੋਂ ਬਾਣੀ ਦੇ ਅਰਥ ਹੋਣੇ ਚਪੇੜਾਂ ਤੇ ਉਦੋਂ ਪੈਣੀਆਂ। ਛਿੱਤਰ ਤੇ ਬਾਪੂ ਦਾ ਉਦੋਂ ਫਿਰਦਾ ਜਦੋਂ ਅਰਥ ਹੁੰਦੇ ਪੰਕਤੀ ਦੇ। ਕਹਿੰਦੇ ਅਰਥ ਨਹੀਂ ਕਰਨੇ, ਉੱਦਾਂ ਪੜ੍ਹੀ ਚੱਲੋ। ਜਿੱਦਾਂ ਆਪਣੇ ਮੰਨ ਲਓ ਕੰਡਾ ਵੱਜਾ ਹੋਵੇ ਨਾ ਤੇ ਮਾਂ ਇੱਦਾਂ ਦਾ ਕੰਡੇ ਦੇ ਲਾਗੇ ਹੱਥ ਫੇਰੇ, ਤੇਲ ਲਾਵੇ, ਬੰਦਾ ਕਹਿੰਦਾ ਹਾਂ ਮਾਂ ਆ ਤੇਲ ਲਾ ਦੇ, ਪਰ ਇਹਨੂੰ ਛੇੜੀ ਨਾ। ਉਹ ਕਹਿੰਦੀ ਪੁੱਤ ਨਿਕਲੂ ਕਿੱਦਾਂ? ਤੇ ਜਦੋਂ ਫਿਰ ਉਹ ਕੱਢਦੀ ਹੈ ਇੱਕ ਵਾਰੀ ਚੀਕ ਨਿਕਲਦੀ ਹੈ। ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਅਰਥ ਨਾ ਕੋਈ ਸੁਣਾਵੇ, ਸੱਚੀ ਗੱਲ ਨਾ ਦੱਸੇ, ਬਸ ਇੰਨਾ ਚੁੱਪ ਕਰਕੇ ਬਾਣੀ ਪੜ੍ਹ ਕੇ ਕਹਿ ਦੇ ਤੁਸੀਂ ਧੰਨ, ਤੁਸੀਂ ਬੜੇ ਚੰਗੇ ਆ। ਨਹੀਂ ਪਿਆਰਿਓ, ਏਦਾਂ ਇਲਾਜ ਨਹੀਂ ਹੋਣਾ। ਡਾਕਟਰ ਨੇ ਤੇ ਫਿਰ ਚੀਕਾਂ ਪਵਾਉਣੀਆਂ ਹੀ ਹੈ। ਤੋ ਇਸ ਕਰਕੇ ਮਾਰੇ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਕਹਿੰਦੇ ਆ ਜਾ ਕਰ ਕਥਾ ਕੀਰਤਨ ਚ, ਏਦਾਂ ਦੀ ਦਵਾਈ ਦੇ ਦੂ ਤੈਨੂੰ ਜਮ ਵੀ ਨਹੀਂ ਫੜ ਸਕਣਗੇ, ਛੱਡ ਜਾਣਗੇ। ਆਓ ਸੰਗਤੇ ਆਪਾਂ ਫੁੱਲਾਂ ਦੀ ਵਰਖਾ ਕਰਨੀ। ਸਾਹਿਬਜ਼ਾਦੇ ਦਾ ਆਗਾਜ਼ ਹੋਇਆ ਏ ਤੇ ਕਥਾ ਕਿਉਂਕਿ ਬਹੁਤੀ ਲੰਬੇਰੀ ਨਹੀਂ ਸਾਹਿਬਜ਼ਾਦੇ ਦੀ, ਤੇ ਉਸ ਕਰਕੇ ਆਪਾਂ ਸਮੇਂ ਨੂੰ ਵਿਚਾਰ ਕੇ ਫਿਰ ਉਹ ਵੀ ਕਰਨੀ ਹੈ। ਘੜੀ ਤੇਜ਼ ਹੈ। ਗੁਰੂ ਨਾਨਕ ਸਾਹਿਬ ਦੀ ਵਿਚਾਰ ਥੋੜ੍ਹੀ ਜਿਹੀ ਕਰੀਏ। ਕੱਲ ਬਾਬਾ ਨਾਨਕ ਜੀ ਨੇ ਮਰਦਾਨਾ ਜੀ ਨੂੰ ਆਪਣਾ ਕੁੜਤਾ ਦਿੱਤਾ, ਤੇ ਕੁੜਤਾ ਵੀ ਉਹ ਦਿੱਤਾ ਜਿਹਦੇ 'ਚ ਸ਼ਗਨ ਸੀ, ਭਾਵ ਸਾਰੀ ਸੰਗਤ ਦੇ ਰਿਸ਼ਤੇਦਾਰਾਂ ਦਾ ਪਿਆਰ ਦਿੱਤਾ। ਇਹਦਾ ਖੀਸੇ 'ਚ ਪਾਇਆ ਤੇ ਉਹ ਪਾਇਆ ਹੀ ਏਦਾਂ ਹੀ ਮਹਾਰਾਜ ਨੇ ਮਰਦਾਨੇ ਨੂੰ ਦੇ ਛੱਡਿਆ ਤੇ ਪਾਤਸ਼ਾਹ ਮਹਾਰਾਜ ਜੀ ਤੋਂ ਪਿਆਰ ਲੈ ਕੇ ਤੇ 4 ਪੀੜ੍ਹੀਆਂ ਦਾ ਧੰਨਵਾਦ ਕੀਤਾ। ਪਹਿਲਾਂ ਕਹਿੰਦੇ ਤੁਹਾਡੇ ਪਿਤਾ ਜੀ, ਤੁਹਾਡੇ ਦਾਦਾ ਜੀ, ਤੁਹਾਡੇ ਪੜਦਾਦਾ ਜੀ, ਅੱਗੇ ਲੱਕੜ ਦਾਦਾ, 4 ਪੀੜ੍ਹੀਆਂ ਨੂੰ ਮਿਰਾਸੀ ਮਰਦਾਨਾ ਕਹਿੰਦਾ ਬਾਬਾ ਤੂੰ ਧੰਨ, ਤੇਰਾ ਬਾਪੂ ਧੰਨ, ਤੇਰੀ ਮਾਂ ਧੰਨ, ਤੇਰਾ ਦਾਦਾ, ਤੇਰਾ ਪੜਦਾਦਾ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ। ਇੰਨਾ ਕਹਿ ਕੇ ਕਹਿੰਦਾ ਜੀ ਫਿਰ ਮੈਂ ਚੱਲਦਾ। ਮਹਾਰਾਜ ਕਹਿੰਦੇ ਕਿੱਧਰ ਚੱਲਿਆ ਹੁਣ? ਕਹਿੰਦੇ ਬਸ ਮਹਾਰਾਜ ਹੁਣ ਛੁੱਟੀ ਦੇ ਦਿਓ, ਮੈਂ ਵੀ ਜਾਵਾਂ ਪਿੰਡ ਰਾਏ ਭੋਏ ਦੀ ਤਲਵੰਡੀ। ਜੋ ਤੁਮ ਰੱਖੋਗੇ ਸੁਧ ਮੋਰੀ, ਅੰਤ ਅਗਰ ਕਿਉਂ ਜਾਉ ਬਹੋਰੀ। ਕਹਿੰਦੇ ਮਹਾਰਾਜ ਸਾਹਿਬ ਜੀ ਕਹਿੰਦੇ ਕੀ ਲੈਣ ਜਾਣਾ ਈ? ਕਹਿੰਦੇ ਬਾਬਾ ਗਰੀਬ ਹਾਂ, ਵੇਲਿਆਂ ਦਾ ਲੰਘਦਾ ਨਹੀਂ ਝੱਟ ਨਾਨਕਾ, ਕੋਈ ਕੰਮ ਕਾਰ ਕਰੀਏ ਨਾ। ਹੁਣ ਤੇਰੀ ਕਥਾ ਥੋੜਾ ਸੁਣੀ ਜਾਣੀ ਹੈ, ਸੱਚ ਹੈ ਨਾ। ਤੁਸੀਂ ਕਿਰਤੀ ਆ ਸਾਰੇ, ਸ਼ਾਮਾਂ ਨੂੰ ਆਉਣੇ ਸਵੇਰੇ ਤੇ ਸਾਰਾ ਦਿਨ ਨਹੀਂ ਬਹਿ ਸਕਦੇ ਕਿਉਂਕਿ ਮਿਹਨਤ ਵੀ ਕਰਨੀ। ਕੋਈ ਮੇਰੀਆਂ ਭੈਣਾਂ ਟੀਚਰ ਹੈ, ਕਿਸੇ ਨੇ ਦੁਕਾਨ ਖੋਲ੍ਹਣੀ ਹੈ, ਕੋਈ ਵਿਚਾਰਾ ਕੱਪੜੇ ਸੀਂਦਾ ਹੈ। ਕਿਰਤ ਆਪਣੀ ਇਹ ਜ਼ਰੂਰੀ ਹੈ। ਬਾਬਾ ਨਾਨਕ ਵੀ ਸਾਰਾ ਦਿਨ ਹਲ ਵਾਹੁੰਦਾ ਸੀ ਤੇ ਸ਼ਾਮਾਂ ਨੂੰ ਦੀਵਾਨ ਕਰਤਾਰਪੁਰ ਸਾਜਦਾ ਸੀ। ਦੋਵੇਂ ਟਾਈਮ ਮਾਰੇ ਨੇ ਕਿਹਾ ਦੀਵਾਨ 'ਚ ਆਇਆ ਕਰੋ, ਦਿਨੇ ਆਪਣੇ ਧੰਦੇ ਕਰੋ, ਭੋਰਿਆਂ 'ਚ ਨਹੀਂ ਵੜਨਾ ਤੇ ਨਾ ਭੋਰੇ ਵਾਲੇ ਬਾਬਿਆਂ ਕੋਈ ਜਾਣਾ। ਮਹਾਰਾਜ ਨੇ ਉਹਨਾਂ ਤੋਂ ਬਚਾਇਆ ਆਪਾਂ ਨੂੰ। ਕਹਿੰਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਤੋ ਮੇਰੇ ਪਾਤਸ਼ਾਹ ਕਹਿੰਦੇ ਮਰਦਾਨਾ ਕੀ ਕਰਸੀ ਜਾ ਕੇ? ਕਹਿੰਦੇ ਸਾਹਿਬ ਜੀ ਕਿਰਤ ਕਰਸੀ, ਅਸਾਂ ਦਾ ਗੁਜ਼ਾਰਾ ਕਾਏ ਨਹੀਂ। ਮਹਾਰਾਜ ਸਾਹਿਬ ਕਹਿੰਦੇ ਅਸਾਂ ਦੇ ਹੁੰਦੇ ਕਿਸੇ ਦੇ ਬੂਹੇ ਤੇ ਕਾਸੋਂ ਮੰਗ ਸੀ, ਅਸਾਂ ਦੇ ਹੁੰਦੇ ਕਿਸੇ ਦੇ ਬੂਹੇ ਕਾਹੇ ਮੰਗ ਸੀ।
ਮਹਾਰਾਜ ਸਾਹਿਬ ਕਹਿੰਦੇ ਜੇ ਤੈਨੂੰ ਭਰਾ ਕਹਿਤਾ ਤੇ ਅਜੇ ਮੰਗਣ ਦੀ ਲੋੜ ਆ, ਤੇ ਤੂੰ ਜੇ ਲੈਣਾ ਹੀ ਹੈ ਕਿਸੇ ਬੂਹੇ ਤੋਂ ਤੇ ਆ ਜਾ, ਤੈਨੂੰ ਉਸ ਬੂਹੇ ਤੇ ਭਾਵਾਂ ਜਿੱਥੋਂ ਇੱਕ ਵਾਰੀ ਮਿਲ ਜੇ ਮੁੜ ਕੇ ਮੰਗਣਾ ਹੀ ਨਹੀਂ ਪੈਂਦਾ। ਉਹ ਬੂਹਾ ਕਿਹੜਾ ਏ? ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ। ਤੋ ਇਸ ਕਰਕੇ ਮਰਦਾਨਾ ਮਹਾਰਾਜ ਨੂੰ ਗਲਵੱਕੜੀ ਪਾ ਲਈ। ਕਹਿੰਦੇ ਬਾਬਾ ਸੱਚ ਹੈ, ਜੇ ਤੂੰ ਮੇਰਾ ਇਦਾਂ ਹੀ ਖਿਆਲ ਰੱਖੀ ਜਾਵੇਂਗਾ ਨਾ, ਆਖੋ ਸਤਨਾਮ। ਕਈ ਮੈਨੂੰ ਕਹਿਣਗੇ ਬਾਬਾ ਤੈਨੂੰ ਹੋਰ ਗੱਲ ਨਹੀਂ ਆਉਂਦੀ ਕੋਈ, ਤੂੰ ਮਾਇਆ ਦੀ ਗੱਲ ਬੜੀ ਕਰਦਾ ਰਹਿਣਾ। ਤੇ ਜੋ ਮਰਦਾਨੇ ਨੇ ਵੀ ਕਹਿਤਾ ਅੱਜ, ਕਹਿੰਦਾ ਬਾਬਾ ਤੂੰ ਇਦਾਂ ਹੀ ਮੇਰੀ ਜੇਬ ਭਰੀ ਰੱਖੀ ਤੇ ਮੈਂ ਤੈਨੂੰ ਛੱਡ ਕੇ ਨਹੀਂ ਜਾਂਦਾ। ਤੇ ਸੰਗਤੇ ਹੁਣ ਇੱਕ ਗੱਲ ਨਾ ਥੋੜੀ ਜਿਹੀ ਵਿਚਾਰਨ ਵਾਲੀ ਆ। ਸ਼ਾਹਕੋਟ ਲਾਗਿਓਂ ਫੋਨ ਆਇਆ, ਕਹਿੰਦੇ ਜੀ ਸਾਹਿਬਜ਼ਾਦਿਆਂ ਦਾ ਦਿਹਾੜਾ ਹੈ ਤੇ ਰਾਤ ਨੂੰ ਸਮਾਗਮ ਰੱਖਣਾ, ਕੀ ਸੇਵਾ ਲਓਗੇ? ਮੈਂ ਕਿਹਾ ਭਾਈ ਮੈਂ ਸ਼ਹੀਦੀ ਦਿਹਾੜੇ 'ਚ ਨਹੀਂ ਕਦੀ ਮੂੰਹ ਖੋਲਿਆ ਤੇ ਨਾ ਖੋਲਣਾ ਹੀ ਆ। ਉਹ ਮਗਰ ਹੀ ਪੈ ਗਏ, ਪੁੱਛ ਦੱਸੋ 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 ਜੀ। ਫਿਰ ਦੱਸਣਾ ਪੈਣਾ, ਮਜਬੂਰੀ ਬਣ ਜਾਂਦੀ ਹੈ। ਫਿਰ ਵੀ ਪਤਾ ਤੇ ਲੱਗੇ ਜੀ। ਕਰਦਿਆਂ ਕਰਦਿਆਂ ਮੇਰੇ ਮੈਂ ਕਿਹਾ ਜੀ ਚਲੋ ਰਾਤ ਨੂੰ ਹੈ 2 ਸਿੰਘ ਨਾਲ ਆਉਣੇ, 3100 ਤੇ ਕਰਿਓ ਨਾ ਵੀ ਨਾਲ 2 ਸਿੰਘਾਂ ਨੂੰ ਵੀ ਦੇਵਾਂਗੇ ਪਿਆਰ, ਗੱਡੀ 'ਚ ਤੇਲ। ਕਹਿੰਦੇ ਬਾਬਾ ਸਲਾਹ ਕਰਕੇ ਦੱਸਦੇ ਆ। ਇੱਕ ਦਿਨ ਲੰਘ ਗਿਆ, ਸ਼ਾਮਾਂ ਨੂੰ ਫੋਨ ਆਇਆ, ਕਹਿੰਦੇ ਜੀ ਕਮੇਟੀ ਨਹੀਂ ਮੰਨਣ ਦਈ। ਮੈਂ ਕਿਹਾ ਕਿੰਨੇ? ਕਹਿੰਦੇ ਐ ਸੱਚ ਹੈ ਗੁਰੂ ਸਾਹਿਬ ਹਾਜ਼ਰ ਹੈ। ਕਹਿੰਦੇ ਵੀ 1500 ਨਾਲ ਚੱਲੂ। ਮੈਂ ਕਿਹਾ ਮੈਂ ਪਹਿਲੋਂ ਕਿਹਾ ਸੀ ਵੀ ਨਾ ਛੇੜੋ, ਵੀ ਮੈਂ ਕਦੇ ਇਹਨਾਂ ਦਿਨਾਂ 'ਚ ਨਾ ਮੈਨੂੰ ਇਸ ਚੀਜ਼ ਵੱਲ ਲਿਜਾਓ, ਮੈਂ ਉੱਦਾਂ ਹੀ ਕਰ ਜਾਵਾਂਗਾ। ਤੇ ਹੁਣ ਵੀ ਉੱਦਾਂ ਹੀ ਹੈ ਕਿ ਮੰਨ ਲਓ ਪੈਟਰੋਲ ਗੱਡੀ ਹੈ ਨਾ ਰਾਤ ਨੂੰ ਜਾਣਾ। ਪਰ ਮੈਂ ਇੰਨਾ ਕੁ ਦੁੱਖ ਆਇਆ ਵੀ ਸਤਿਗੁਰੂ ਕੀ ਕਰਨ ਦਈ, ਐਡਾ ਪਿੰਡ ਤਕੜਾ ਹੋਵੇ, ਰਾਤ ਨੂੰ ਸਾਹਿਬਜ਼ਾਦਿਆਂ ਦਾ ਦਿਹਾੜਾ ਮਨਾਉਣਾ, ਔਰ ਕੋਈ ਬੁਲਾਰਾ ਨਹੀਂ, ਇੱਕੋ ਬੁਲਾਰਾ ਸੱਦਣਾ, ਤੇ ਕੀ ਬਣਦਿਆ। ਤੇ ਕਿੱਥੇ ਸੇਠ ਟੋਡਰ ਮੱਲ ਗੁਰੂ ਦੇ ਲਾਲਾਂ ਵਾਸਤੇ 2 ਅਰਬ 50 ਕਰੋੜ ਰੁਪਈਆ ਕੱਲਾ ਹੀ, ਤੇ ਐਡੇ ਪਿੰਡ ਨੂੰ ਮੇਰੇ ਖਿਆਲ ਇੱਕ ਘਰ ਨੂੰ 10 ਰੁਪਈਏ ਲਾਏ ਹੋਣ ਨਾ, ਕਿੰਨੇ ਬਣਨਗੇ? ਪਿੰਡ 'ਚ ਕਿੰਨੇ ਘਰ? 400 ਲਾਓ, ਇੱਕ ਘਰੋਂ ਜਾ ਕੇ 10-10 ਰੁਪਈਏ ਇਕੱਠੇ ਕਰੋ ਤੇ 5-6 ਹਜ਼ਾਰ ਰੁਪਈਆ ਹੋ ਜਾਣਾ। ਵੇਖੋ ਹਾਲਾਤ ਸਾਡੀ ਕੌਮ ਦੇ। ਵੀ ਰਹਿਣ ਦਿਓ ਮਨਾਉਣੋਂ, ਨਾਲੇ ਆਪ ਦੁਖੀ ਹੁੰਦੇ ਨਾਲੇ ਕਿਸੇ ਨੂੰ ਕਰੋਗੇ। ਵੀ ਅਸੀਂ ਖਾਨਾ ਪੂਰਤੀ ਵੱਲ ਆ ਗਏ ਹਾਂ, ਵੀ ਸਾਡੇ ਘਰ 4 ਪ੍ਰਾਹੁਣੇ ਆਏ ਹੁਣ ਤੇ 25-30 ਹਜ਼ਾਰ ਦਾ ਮੀਟ ਸ਼ਰਾਬ ਇਕੱਲੇ ਲਿਆਈਦਾ, ਉਹਦੇ ਵਾਰੀ ਪੈਸੇ ਨਿਕਲ ਆਉਂਦੇ ਹੈ। ਪਰ ਲਾਲਾਂ ਦਾ ਦਿਨ ਮਨਾਉਣਾ ਤੇ ਭੀਖ ਮੰਗਣ ਦੇ ਵੇ। ਇੰਨਾ ਬੁਰਾ ਹਾਲ ਹੋ ਗਿਆ ਮੇਰੀ ਕੌਮ ਦਾ, ਕਿੰਨੀ ਕੁ ਰਕਮ ਲੈ ਲਈ, ਬੱਲੇ ਬੱਲੇ। ਤੋ ਇਸ ਕਰਕੇ ਮੈਂ ਇਸ ਵਿਸ਼ੇ ਤੋਂ ਵਾਪਸ ਆਵਾਂ, ਗੁਸਤਾਖੀ ਮਾਫ। ਤਨ ਮੇਰੇ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੇ ਤੁਮ ਰਾਖੋਗੇ ਸੁਧ ਮੋਰੀ, ਅਨੰਤ ਅਗਰ ਕਿਉਂ ਜਾਓ ਬਹੋਰੀ। ਕਹਿੰਦੇ ਬਾਬਾ ਨਾਨਕਾ ਜੇ ਤੂੰ ਮੇਰਾ ਖਿਆਲ ਰੱਖੇਗਾ ਤੇ ਮੈਨੂੰ ਕਿਸੇ ਦੇ ਬੂਹੇ ਤੇ ਜਾਣ ਦੀ, ਸੱਚ ਕਹਿਣਾ ਸੰਗਤੇ ਮਜਬੂਰੀ ਬਣਦੀ ਬੁਲਾਰੇ ਦੀ। ਜੇ ਕਿਤੇ ਰੱਬ ਨੇ ਕੋਈ 10-12 ਕਿੱਲੇ ਦਿੱਤੇ ਹੁੰਦੇ ਨਾ, ਕਦੇ ਨਹੀਂ ਸੀ ਮੰਗਣਾ। ਹੁਣ ਚੱਕਰ ਇੱਥੇ ਆ ਕੇ ਫਸ ਗਿਆ ਵੀ ਸਾਡੀ ਕਿਰਤ ਵੀ ਇਹ ਹੈ ਤੇ ਕੀਰਤ ਵੀ ਇਹ ਹੈ, ਵੀ ਕੋਈ ਹੋਰ ਸਾਈਡ ਬਿਜ਼ਨਸ ਨਹੀਂ ਹੈਗਾ, ਨਾ ਕੋਈ ਜ਼ਮੀਨ ਦਾ, ਨਾ ਕੋਈ ਬਾਹਰ ਹੀ ਹੈ ਵੀ ਜਿੱਥੋਂ ਵੱਡੀ ਆਮਦਨ ਆਉਣੀ, ਨਾ ਕੋਈ ਦੁਕਾਨ ਹੈ, ਨਾ ਪਲਾਟ ਹੈ। ਸਿਰਫ ਇੰਨੀ ਕੁ ਰੋਜੀ ਤੁਹਾਡੀ ਨਾਲ ਖਰਚਾ ਚੱਲ ਰਿਹਾ। ਤਾਂ ਕਰਕੇ ਮੂੰਹ ਤੋਂ ਨਹੀਂ ਤੇ ਰੋਣ ਆ ਜਾਂਦਾ ਕਿ ਸਤਿਗੁਰੂ ਨਰਕਾਂ ਨੂੰ ਜਾਣਾ ਅਸੀਂ। ਬਹੁਤ ਮਨ ਜਿਹਾ ਕਈ ਵਾਰੀ ਭਰ ਜਾਂਦਾ ਵੀ ਤੂੰ ਕਿੱਦਾਂ ਦੀ ਡਿਊਟੀ ਦੇਤੀ ਆ, ਵੀ ਰਹਿ ਵੀ ਨਹੀਂ ਹੁੰਦਾ ਤੇ ਛੱਡ ਵੀ ਨਹੀਂ ਸਕਦੇ, ਕੈਸਾ ਇਹ ਪ੍ਰਦੇਸ਼। ਤੋ ਇਸ ਕਰਕੇ ਮਹਾਰਾਜ ਨੂੰ ਮਰਦਾਨਾ ਕਹਿੰਦਾ ਬਾਬਾ ਕਿਰਪਾ ਕਰੀ, ਤੂੰ ਮੇਰੀ ਜੇਬ ਨਾ ਖਾਲੀ ਹੋਣ ਦੇਈ ਤੇ ਮੈਂ ਤੇਰੀ ਜਗ੍ਹਾ ਨਹੀਂ ਖਾਲੀ ਹੋਣ ਦਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋਏ, ਕਹਿੰਦੇ ਮਰਦਾਨਾ ਤੈ ਭਲੀ ਵਸਤ ਮੰਗੀ। ਮਰਦਾਨਾ ਜਿਹੜਾ ਰੱਬ ਦੇ ਗੀਤ ਗਾਉਂਦਾ ਕਦੇ ਭੁੱਖਾ ਨਹੀਂ ਰਹਿੰਦਾ। ਅਸਨ ਬਸਨ ਕੋ ਲੋਪ ਅਪੋਰਾ, ਸੋ ਕਰਵਾਵੇ ਨਿਜ ਕਰ ਨਿਜ ਜੋਰਾ। ਤੋ ਮੇਰੇ ਸੱਚੇ ਪਾਤਸ਼ਾਹ ਬੜੇ ਖੁਦ ਖੁਦਾਈ ਹੈ। ਮਹਾਰਾਜ ਕਹਿੰਦੇ ਮਰਦਾਨਾ ਤੇਰੇ ਵੱਸ ਨਹੀਂ। ਜਿਹੜਾ 5 ਵਿਕਾਰਾਂ ਚੋਂ ਲੋਭ ਆ ਨਾ, ਕਾਮ, ਲੋਭ, ਮੋਹ ਤੇ ਇਹ 5 ਜਿਹੜੇ ਬੰਦੇ ਨੂੰ ਤੰਗ ਕਰਦੇ ਆ। ਤੋ ਮੇਰੇ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਅਸਨ ਬਸਨ ਕੋ ਲੋਪ ਅਮੋਰਾ। ਕਹਿੰਦੇ ਜਿਹੜਾ ਲੋਭ ਆ ਨਾ, ਇਹ ਬੰਦੇ ਨੂੰ ਹੱਥ ਜੋੜਨ ਲਈ ਮਜਬੂਰ ਕਰਦਾ।
ਲੋਭ ਜਿਹੜਾ, ਕਿਉਂਕਿ ਬੰਦਾ ਲੋਭੀ ਹੁੰਦਾ ਜਾਂਦਾ ਨਾ ਦਿਨੋਂ ਦਿਨ, ਵੀ ਥੋੜਾ ਥੋੜਾ ਆ ਵੀ ਮਿਲ ਜੇ, ਆ ਵੀ ਮਿਲ ਜੇ, ਆ ਵੀ ਮਿਲ ਜੇ। ਤੇ ਮਹਾਰਾਜ ਨੇ ਸਿਖਰ ਦੀ ਗੱਲ ਕਰਤੀ, ਕਹਿੰਦੇ ਬੰਦੇ ਨੂੰ ਲੋਭ ਜਿਹੜਾ ਹੱਥ ਜੋੜਨ ਲਈ ਮਜਬੂਰ ਕਰ ਦਿੰਦਾ। ਤੇ ਆਪਾਂ ਵੇਖਿਆ ਜੀ ਕਈ ਵਾਰ, ਚਲੋ ਭਾਵੇਂ ਵਜ਼ੀਰੀ ਆ ਗੁਰੂ ਦੀ, ਮਹਾਰਾਜ ਤੋਂ ਵੱਡਾ ਵਜ਼ੀਰ ਤੋਂ ਕੋਈ ਨਹੀਂ ਹੈਗਾ, ਪਰ ਕਈ ਵਾਰੀ ਵੇਖੀਦਾ ਵੀ ਵਜ਼ੀਰ ਨੂੰ ਹੱਥ ਜੋੜਨੇ ਪੈਂਦੇ। ਜੋੜਨੇ ਤਾਂ ਪੈਂਦੇ ਆ ਕਿਉਂਕਿ ਆਪਾਂ ਪਤਾ ਇੱਥੇ ਸੰਗਤ ਹੈ, ਚਲੋ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਵੀ ਚਲੋ ਸਾਡੇ ਸਿੰਘਾਂ ਨੇ ਘਰ ਬਣਾਉਣੇ ਸੀ, ਰਾਗੀ ਸਿੰਘਾਂ ਨੇ, ਤੇ ਉਹ ਕਹਿੰਦੇ ਬਾਬਾ ਜੀ ਵੀ ਤੁਹਾਡੇ ਨਾਲ ਸੰਗਤ ਪ੍ਰੇਮ ਬਹੁਤ ਕਰਦੀ ਤੇ ਕੋਈ ਹੈਲਪ ਕਰਾਓ। ਮੈਂ ਕਿਹਾ ਵੀ ਮੇਰੇ ਘਰ ਜਾ ਕੇ ਵੇਖ ਲਓ। ਮੈਂ ਕਿਹਾ ਮੇਰੀ ਵੀ ਛੱਤ ਕੱਚੀ, ਪਰ ਪਤਾ ਨਹੀਂ ਜੀ ਕਰਦਾ ਕਿਸੇ ਤੋਂ ਮੰਗਣ ਨੂੰ। ਕਹਿੰਦੇ ਜੀ ਤੁਸੀਂ ਥੋੜਾ ਜਿਹਾ ਕਰੋ। ਫਿਰ ਉਹਨਾਂ ਨੇ ਆਪ ਹੀ ਪਹਿਰਾ ਕੀਤਾ। ਮੈਂ ਕਿਹਾ ਵੀ ਆਪ ਕਰ ਲਓ, ਤੁਹਾਨੂੰ ਮੋੜਦਾ ਕੋਈ ਨਹੀਂ, ਥੋੜੀ ਜਿਹੀ ਕੋਸ਼ਿਸ਼ ਕਰ ਲਓ। ਕਿਉਂਕਿ ਫਿਰ ਚਲੋ ਜਿਨ੍ਹਾਂ ਨੂੰ ਵੀ ਉਹਨਾਂ ਨੇ ਕਿਹਾ, ਕਿਸੇ ਨੇ ਸੀਮੈਂਟ ਲੈਤਾ, ਕਿਸੇ ਨੇ ਇੱਟਾਂ ਲੈਤੀਆਂ, ਚਲੋ ਘਰ ਬਣ ਗਿਆ। ਪਰ ਇੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਆ, ਮਰਦਾਨਿਆਂ, ਜਦੋਂ ਬੰਦਾ ਲੋਭ ਕਰਦਾ ਨਾ, ਉਦੋਂ ਬੰਦੇ ਨੂੰ ਹੱਥ ਜੋੜਨੇ ਹੀ ਪੈਣੇ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਲੋਭ ਉਹਨਾਂ ਨੇ ਵਿਖਾਇਆ ਸੀ, ਉਹਨਾਂ ਹੱਥ ਨਹੀਂ ਸੀ ਜੋੜੇ। ਉਹ ਕਹਿੰਦੇ ਸੀ ਤੁਹਾਡਾ ਆਨੰਦਪੁਰ ਢਹਿ ਗਿਆ, ਤੁਹਾਡੀ ਮਾਂ। ਬਾਬਾ ਫਤਿਹ ਸਿੰਘ ਕਹਿੰਦੇ ਤੈਨੂੰ ਪਤਾ ਸੀ ਪੁੱਤ ਕਿਹਦੇ ਆ? ਘਰ ਹੁੰਦੇ ਜੇ ਮੰਗਣ ਜਾਈਏ ਫਿਰ ਉਲਾਮਾ ਨਹੀਂ। ਏਦਾਂ ਹੋ ਸਕਦਾ, ਅਸੀਂ ਗੋਬਿੰਦ ਦੇ ਪੁੱਤ, ਸਾਡੀਆਂ ਰਗਾਂ 'ਚ ਗੁਰੂ ਗੋਬਿੰਦ ਸਿੰਘ ਦਾ। ਤੇ ਗੁਰੂ ਗੋਬਿੰਦ ਸਿੰਘ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਸੀ ਜੋੜੇ, ਬਸ ਇੱਕੇ ਵਾਰੀ ਹੱਥ ਜੁੜੇ ਜਿੱਦਣ ਅੰਮ੍ਰਿਤ ਛਕਣਾ ਸੀ, ਦੂਜੀ ਵਾਰੀ ਹੱਥ ਜੁੜੇ ਜਦੋਂ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ। ਬਸ ਆ ਜਿਹੜੇ ਹੱਥ ਨਾ, ਇਹੋ ਅਰਦਾਸ ਕਰਿਆ ਕਰੋ, ਸਤਿਗੁਰੂ ਮੈਨੂੰ ਕਿਸੇ ਅੱਗੇ ਜੋੜਨ ਨੂੰ ਮਜਬੂਰ ਨਾ ਕਰਦੀ। ਮੈਂ ਤੇਰੇ ਘਰ ਆ ਕੇ ਭਾਵੇਂ 20 ਵਾਰੀ ਇੱਦਾਂ ਜੋੜਾਂ, ਪਰ ਮੈਨੂੰ ਇੱਦਾਂ ਦੀ ਮਾਰ ਨਾ ਮਾਰੀ ਕਿ ਕਿਸੇ ਦੇ ਘਰ ਜਾ ਕੇ ਮੈਨੂੰ ਹੱਥ ਜੋੜਨੇ ਪੈਣ। ਤੋ ਮਹਾਰਾਜ ਕਹਿੰਦੇ ਮਰਦਾਨਾ, ਲੋਭ ਬੰਦੇ ਨੂੰ ਕਿਸੇ ਅੱਗੇ ਹੱਥ ਜੜਾਉਣ ਲਈ ਮਜਬੂਰ ਕਰ ਦਿੰਦਾ ਹੈ। ਦੋਹਰਾ ਸੁਨ ਮਰਦਾਨੇ ਲੈ ਸਦਾ, ਸਭ ਕੀ ਸੁਧ ਕਰਤਾਰ। ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਮਰਦਾਨਾ, ਫਿਕਰ ਕਿਉਂ ਕਰਦਾ ਏ? ਤੇਰਾ ਫਿਕਰ ਕਰੇ ਕਰਤਾਰ, ਤੂੰ ਕਿਉਂ तेरी फिक्र करे? तेरी फिक्र करे करतार, तू क्यों सोचे? तू क्यों सोचे? तेरी फिक्र करे तार, तू क्यों सोचे? तू क्यों सोचे? साध संगत जी टिकाऊ बनाओ जे अपने को हैगे 10-12 मिनट। फुल भी वाधू है ते पदार्थ भी वाधू है। मारे कहंदे ना फिक्र कर, देह बनी पश्चात है पूरब बनार। कहंदे मरदानिया बंदा ही दिल जिहा छड्ड लैंदा, सच जानी बंदा दिल छड्डदा महाराज ते पहला प्रबंध कीता हुंदा। जब दांत ना थे तब दूध दिया। बच्चे दे दंद नहीं हुंदे ते दुध पहला मां। ਕਹਿੰਦੇ ਅਜੇ ਤੂੰ ਦੁਨੀਆ 'ਚ ਆਇਆ ਨਹੀਂ, ਦੁੱਧ ਪਹਿਲਾਂ ਭੇਜਤਾ। ਅਜੇ ਵੀ ਬੰਦਾ ਕਹਿੰਦਾ ਰੱਬਾ ਮੈਨੂੰ ਦਵੇਂਗਾ? ਕਹਿੰਦੇ ਉਹ ਤੈਨੂੰ ਇੰਨਾ ਨਹੀਂ ਪਤਾ, ਜਬ ਦਾਂਤ ਨਾ ਥੇ ਤਬ दूध दिया, जब दांत दिए तो रोजी ना दे। ਬੰਦਾ ਡੋਲ ਜੇ ਜਾਂਦਾ। ਕਹਿੰਦੇ ਚੇਤਾ ਕਰ, ਜਦੋਂ ਮੱਝ ਗਾਂ ਦੇ ਪੇਟ 'ਚ ਬੱਚਾ ਨਹੀਂ ਹੁੰਦਾ ਤੇ ਥਣਾ 'ਚ ਦੁੱਧ ਨਹੀਂ ਹੁੰਦਾ। ਜਦੋਂ ਬੱਚਾ ਹੋਣਾ ਸ਼ੁਰੂ ਹੋ ਜਾਂਦਾ ਵੱਡਾ, ਤੇ ਜਦੋਂ ਇੱਕ ਪਾਸੇ ਬੱਚੇ ਦਾ ਜਨਮ ਹੁੰਦਾ ਹੈ, ਦੂਜੇ ਪਾਸੇ ਥਣਾ 'ਚ ਦੁੱਧ ਆ ਜਾਂਦਾ, ਆਪੇ ਥੱਲੇ ਚੋਣ ਲੱਗ ਪੈਂਦਾ। ਕਹਿੰਦੇ ਵੇਖੋ ਰੱਬ ਦੀ ਖੇਡ। ਰੱਬ ਇੰਨਾ ਖਿਆਲ ਰੱਖਦਾ ਵੀ ਆਪਾਂ ਜੇ ਆਏ ਨਹੀਂ ਆਪਣੀ ਰੋਜੀ, ਤੇ ਹੁਣ ਕਾਹਤੋਂ ਸੋਚਾਂ 'ਚ ਪਿਆਰ ਇੰਨਾ ਹੈ। ਭਈ ਮਿਲ ਕਰ ਤਨੀਆ ਜਾ ਮਾਤਾ, ਆਪਣੇ ਆਵਨ ਆਵਾਹਿਤ ਤਾਤਾ। ਕਹਿੰਦੇ ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਤੇ ਬਾਪੂ ਮਹਿਤਾ ਕਾਲੂ ਜੀ ਹੱਟੀ ਦੇ ਉੱਤੇ ਬਾਬੇ ਨਾਨਕ ਨੂੰ ਮਿਲਣ ਆਏ ਹਨ। ਐਸੇ ਨਿਕਟ ਇੱਕ ਪ੍ਰਿਯੰਕਾ, ਦੇਖੈ ਸਤ ਕੋ ਬਦਨ ਭਯੰਕਾ। ਕਹਿੰਦੇ ਬਾਪੂ ਜੀ ਨਾਨਕ ਜੀ ਨੂੰ ਹੱਟੀ ਤੇ ਬੈਠੇ ਵੇਖ ਕੇ ਬੜੇ ਖੁਸ਼ ਹੋ ਰਹੇ ਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਚਿਹਰਾ ਵੇਖ ਕੇ ਬਾਪੂ ਕਹਿੰਦਾ ਹੁਣ 4 ਪੈਸੇ ਕਮਾਉਂਦਾ ਮੇਰਾ ਪੁੱਤ। ਤੇ ਸਾਧ ਸੰਗਤ ਜੀ ਅੱਜ ਤੁਸੀਂ ਵੀ ਜਿਨ੍ਹਾਂ ਦੇ ਬੱਚੇ ਕਮਾਈ ਕਰਦੇ ਫੇਰ ਹੀ ਬਾਪੂ ਬੇਬੇ ਖੁਸ਼ ਹੁੰਦੇ, ਫੇਰ ਹੀ ਬੰਦਾ ਦੇਗ ਲੈ ਕੇ ਰਮਾਲਾ ਕਹਿੰਦਾ ਮਹਾਰਾਜ ਸ਼ੁਕਰ ਹੈ। ਅਜਿਕ ਨੇ ਕਰ ਸਿਖਵਨ ਦੇਈ ਕਠੋ ਦਰਬ ਕਰਨ ਕੀਜੇ। ਔਰ ਇਸ ਤਰ੍ਹਾਂ ਕਰਕੇ ਬਾਪੂ ਪਤਾ ਕੀ ਕਹਿੰਦਾ ਨਾਨਕ ਜੀ ਨੂੰ, ਕਹਿੰਦਾ 4 ਪੈਸੇ ਜੋੜ ਲਾ ਤੇ ਹੁਣ ਸਿਆਣਾ ਬਣ ਕੇ, ਕਿਉਂਕਿ ਤੇਰਾ ਵਿਆਹ ਮੰਗਣੀ ਹੋ ਗਈ ਤੇ ਵਿਆਹ ਹੋਣਾ, ਤੇ ਵਿਆਹ ਤੇ 4 ਪੈਸੇ ਹੋਣਗੇ ਤੇ ਖਰਚ ਲਈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਬਾਪੂ 7 ਬਚਨ ਹੈ। ਬਾਪੂ ਨੂੰ ਬੜਾ ਖਿਆਲ ਹੈ, ਪਰ ਉਹਨੂੰ ਇਹ ਨਹੀਂ ਪਤਾ ਵੀ ਜਿਹਨੂੰ ਮੈਂ ਕਹਿਣ ਦਿਆਂ ਇਹ ਤੇ ਦੂਜਿਆਂ ਦੀਆਂ ਵੀ ਪੰਡਾ ਖਿਲਾਉਣ ਆਇਆ। ਮਾਰੇ ਕਹਿੰਦੇ ਨਾ ਕੌਡੀ ਕੌਡੀ ਜੋਰ ਕੈ। ਤੇ ਜਿਹਨੂੰ ਮੈਂ ਕਹਿੰਦਾ ਤੂੰ ਵਿਆਹ ਦਾ ਫਿਕਰ ਕਰ ਲੈ, ਇਹਨੂੰ ਤਾਂ ਸਾਰੀ ਦੁਨੀਆ ਦਾ ਫਿਕਰ ਹੈ। ਜਿਹਦਾ ਕੋਈ ਨਹੀਂ ਨਾ, ਚਲੋ ਸਾਡੀ ਮਾਂ ਵੀ ਹੈਗੀ, ਪਿਓ ਵੀ, ਭਰਾ ਵੀ ਹੈਗੇ, ਭਰਜਾਈਆਂ, ਮਾਸੀਆਂ, ਮਾਮੇ, ਸੰਗਤ ਖਿਆਲ ਕਰਦੀ। ਮਾਰੇ ਕਹਿੰਦੇ ਜਿਹਦਾ ਕੋਈ ਨਹੀਂ ਹੈਗਾ ਉਹਦੀ ਫਿਕਰ ਕਰਤਾਰ ਕਰਦਾ, ਉਹਦੀ ਫਿਕਰ ਨਾਨਕ ਨੂੰ ਹੈ। ਤੇ ਅੱਜ ਬਾਪੂ ਕਹਿੰਦਾ ਖਿਆਲ ਕਰ ਪੁੱਤ, 4 ਪੈਸੇ ਇਕੱਠੇ ਕਰ, ਤੇਰੀ ਸ਼ਾਦੀ ਹੈ। ਅਰਚ ਵਿਆਹ ਕੋ ਕਰੋ ਤਿਆਰੀ, ਤਨ ਚਈਤ ਹੈ ਤਿਸ ਦਿਨ ਪਾਰੀ। ਕਹਿੰਦੇ ਤੈਨੂੰ ਪਤਾ ਤੂੰ ਪਟਵਾਰੀ ਦਾ ਪੁੱਤ ਹੈ, ਤੇ ਪਟਵਾਰੀ ਦਾ ਪਰਿਵਾਰ ਬੜਾ ਵੱਡਾ ਤੇ ਪੈਸੇ ਬਹੁਤ ਖਰਚ ਹੋਣੇ ਹਨ। ਉਹਨੂੰ ਇਹ ਨਹੀਂ ਪਤਾ ਕਿ ਮੈਂ ਪਟਵਾਰੀ ਦਾ ਮਾਣ ਕਰਦਾ, ਇਹ ਤੇ ਮਾਲਕਾਂ ਦਾ ਮਾਲਕ ਹੈ, ਸ਼ਾਹਾਂ ਦਾ ਸ਼ਾਹ ਹੈ। ਅਸ ਪ੍ਰਕਾਰ ਕੀ ਕੇ ਬਿਦ ਨਾਨਾ, ਸੁਨ ਸ਼੍ਰੀ ਨਾਨਕ ਬਾਤ ਬਖਾਨਾ। ਕਹਿੰਦੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਪੂ ਦੇ ਬੋਲ ਸੁਣੇ, ਤੇ ਬਾਪੂ ਦੇ ਬੋਲ ਸੁਣ ਕੇ ਤੇ ਆਪਣੇ ਬੋਲ ਬੋਲਣੇ ਕੀਤੇ। ਗੁਰਪਤ ਰਾਏ ਬੁਲਾਰੇ ਉਧਾਰਾ, 300 ਪਨੀਏ ਆਨੰਦ ਹਮਾਰਾ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਆਖਿਆ, ਕਹਿੰਦੇ ਕੋਈ ਨਹੀਂ ਬਾਪੂ ਮੇਰਾ ਪਿਆਰਾ ਬੈਠਾ ਹੈ। ਕੌਣ ਭਲਾ? ਰਾਏ ਬੁਲਾਰ ਆਗੂ ਸਤਿਨਾਮ। ਸੰਗਤੇ ਮਾਣ ਕਰਿਆ ਕਰੋ। ਸੰਗਤ ਵਿੱਚ ਕਿੰਨੀਆਂ ਸੰਗਤਾਂ, ਤੁਹਾਨੂੰ ਪਤਾ ਜਦੋਂ ਮੰਨ ਲਓ ਕੋਈ ਤਾਬਿਆ ਬਹਿੰਦਾ ਤੇ ਕਿੰਨੀ ਸੰਗਤ ਬੈਠੀ, ਭੈਣਾ ਵੀਰ। ਮੰਨ ਲਓ ਇਹ ਸੋਚਿਆ ਕਰੋ ਵੀ ਗ੍ਰੰਥੀ ਸਿੰਘ ਸਾਡੇ ਕੋਲ ਕਿਉਂ ਆਇਆ, ਥੋੜਾ ਜਿਹਾ ਗੌਰ ਕਰਿਓ। ਇੰਨੀ ਸੰਗਤ ਹੈ ਤੇ ਜਦੋਂ ਤਾਬਿਆ 'ਚ ਸਿੰਘ ਬੈਠਾ ਨਾ, ਉਹ ਸਾਰਿਆਂ ਵੱਲ ਨਜ਼ਰ ਮਾਰਦਾ ਹੈ ਤੇ ਫਿਰ ਉਹਦੇ ਅੰਦਰੋਂ ਆਵਾਜ਼ ਆਉਂਦੀ, ਅੰਦਰੋਂ। ਇਸ ਵੇਲੇ ਆਪਾਂ ਨਹੀਂ ਬੋਲਦੇ, ਸਾਈਂ ਬੋਲ ਰਿਹਾ, ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ ਵੀ ਇਹਦੇ ਕੋਲ, ਉਹਦੇ ਕੋਲ ਜਾ, ਉਹਨੇ ਨਹੀਂ ਮੋੜਨਾ ਤੇ ਉਹਨੂੰ ਕਹੀਂ ਆਪਾਂ ਆਹ ਸੇਵਾ ਕਰਨੀ ਆ। ਇਹ ਮਾਰੇ ਫੁਰਨਾ ਬਣਾਉਂਦਾ। ਹੁਣ ਇੰਨੀ ਸੰਗਤ ਬੈਠੀ ਹੈ, ਹਾਰੀ ਸਾਰੀ ਨੂੰ ਥੋੜਾ ਜਾ ਕੇ ਕਹਿ ਦਾਂਗੇ ਵੀ ਆਹ ਸੇਵਾ ਕਰਦੇ। ਜਿਹਨੂੰ ਮਹਾਰਾਜ ਵਿੱਚ ਹੋ ਕੇ ਆਵਾਜ਼ ਮਾਰਦਾ, ਕਿਉਂਕਿ ਆਪਾਂ ਤਾਂ ਮਿੱਟੀ ਦੇ ਪੁਤਲੇ ਐ। ਜਿਉਂ ਖਿਲਾਵੈ ਤਿਉਂ ਖੇਲੈ, ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੋਲੇ। ਬਾਣੀ ਬੋਲਦੀ ਨਾ, ਕਹਿੰਦੇ ਜਦੋਂ ਤੁਹਾਡੇ ਕੋਲੋਂ ਕੋਈ ਗੁਰੂ ਕਾ ਖਾਸ ਕਰਕੇ ਰਾਗੀ, ਸੇਵਾਦਾਰ, ਗ੍ਰੰਥੀ ਕੋਈ ਸੇਵਾ ਆ ਕੇ ਕਹਿੰਦਾ ਤੇ ਤੁਸੀਂ ਉਹਨੂੰ ਗੁਰੂ ਦਾ ਸੁਨੇਹਾ ਸਮਝਿਆ ਕਰੋ। ਉਹਦੇ ਤੇ ਦੌਰ ਨਾ ਪਾਇਓ, ਕਿਉਂ ਕਰਨੇ ਆ, ਕੀ ਕਰਨੇ ਆ, ਤੁਹਾਡੇ ਕੋਲ ਹੈ ਨਹੀਂ ਹੈ, ਇਹ ਕਹਿ ਦਿਆ ਕਰੋ 7 ਬਚਨ ਹੈ। ਕਿਉਂਕਿ ਇੰਨਾ ਤੇ ਕੋਈ ਵੀ ਨਹੀਂ ਹੁੰਦਾ ਵੀ ਉਹਨੂੰ ਪਤਾ ਨਾ ਹੋਏ ਵੀ ਇਸ ਬੰਦੇ ਕੋਈ ਇੰਨੀ ਸੇਵਾ ਨਹੀਂ ਹੋਣੀ, ਇਹਨੂੰ ਨਾ ਕਵਾਂ। ਮਹਾਰਾਜ ਕਹਾਉਂਦੇ ਉਹਨੂੰ ਜੀਤੇ ਕਿਰਪਾ, ਦੂਜੇ ਨੂੰ ਤਾਂ ਮਹਾਰਾਜ ਨਹੀਂ ਕਹਾਉਂਦੇ। ਇੱਥੇ ਤਾਂ ਸੰਗਤੇ ਹੱਥ ਜੋੜ ਕੇ ਸੰਗਤਾਂ ਤਰਲੇ ਲੈਂਦੀਆਂ ਵੀ ਸਾਨੂੰ ਸੇਵਾ। ਕਹਿੰਦਾ ਬਾਪੂ ਰਾਏ ਬੁਲਾਰ, ਉਹਨੇ ਕਿਹਾ ਤੇ ਹੈਗਾ ਸੀ ਵੀ ਨਾਨਕ ਨੂੰ ਕਦੇ ਸਤਾਈ ਨਾ, ਜਿੰਨੀ ਮਾਇਆ ਚਾਹੀਦੀ ਮੇਰੇ ਕੋਲ ਲੈ ਲਈ। ਸੰਗਤੇ ਰਾਏ ਬੁਲਾਰ ਜੀ ਵੀ ਬਹੁਤ ਵੱਡੀ ਕਮਾਈ ਦੇ ਮਾਲਕ ਹਨ। ਸਤ ਕੋ ਪ੍ਰਿਯ ਬਚ ਸੁਨ ਕਾਨਾ, ਤਲਵੰਡੀ ਕੁਨ ਕੀਨ ਪਿਆਨਾ। ਉਸ ਵੇਲੇ ਬਾਪੂ ਥੋੜਾ ਜਿਹਾ ਗੁੱਸੇ ਚ ਆਉਣ ਲੱਗਾ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੱਸਦਿਆਂ, ਬਾਪੂ ਕੋਈ ਗੱਲ ਨਹੀਂ, ਮੈਂ ਜੋੜੂੰਗਾ ਹੁਣ, ਪਰ ਮੇਰਾ ਹਾਲ ਚਾਲ ਜਾ ਕੇ ਰਾਏ ਬੁਲਾਰ ਨੂੰ ਜ਼ਰੂਰ ਦੱਸਣਾ। ਉਹਨਾਂ ਨੂੰ ਕਹਿਣਾ ਵੀ ਮੈਂ ਚੜ੍ਹਦੀ ਕਲਾ ਵਿੱਚ ਹਾਂ, ਬਹੁਤ ਕਿਰਪਾ, ਤੇ ਤੁਸੀਂ ਵੀ ਆਨੰਦ ਵਿੱਚ ਰਹੋ। ਰੱਬ ਕਿਸੇ ਦਾ ਖਿਆਲ ਰੱਖ ਲਿਆ। ਹੁਣ ਆਪਾਂ ਸਾਰੀ ਦੁਨੀਆ ਰੱਬ ਦੇ ਬਾਰੇ ਸੋਚਦੀ, ਮੱਥਾ ਟੇਕਦੀ, ਪਰ ਇੱਕ ਰੱਬ ਹੈ ਜਿਹੜਾ ਉਹ ਵੀ ਆਪਣਿਆਂ ਦਾ ਸੋਚਦਾ। ਯਾਨੀ ਗੁਰੂ ਨਾਨਕ ਦੇ ਮੁਖ ਚੋਂ, ਰੱਬ ਦੇ ਮੁਖ ਚੋਂ ਇਹ ਨਿਕਲਿਆ ਕਿ ਮੇਰੇ ਰਾਏ ਬੁਲਾਰ ਦਾ ਹਾਲ ਚਾਲ ਪੁੱਛਣਾ ਤੇ ਦੱਸਣਾ, ਕਿਉਂਕਿ ਦਿਲਾਂ ਦੀ ਦਿਲਾਂ ਨੂੰ
ਖਿੱਚ ਹੁੰਦੀ ਮਿੱਤਰੋ। ਜੇ ਕੋਈ ਕਿਸੇ ਦਾ ਕਰਦਾ ਹੈ ਤੇ ਅੱਗੋਂ ਅਗਲਾ ਵੀ ਕਰਦਾ ਏ। ਜੇ ਤੁਸੀਂ ਕਿਸੇ ਨੂੰ ਬੁਲਾਓਗੇ ਤੇ ਅਗਲਾ ਵੀ, ਤੇ ਜੇ ਆਪਾਂ ਆਕੜ 'ਚ ਤੁਰੇ ਫਿਰਾਂਗੇ ਅਗਲੇ ਨੇ ਚਲੇ ਹੀ ਜਾਣਾ। ਕੋਈ ਫਰਕ ਨਹੀਂ ਪੈਂਦਾ। ਫਤਿਹ ਬੁਲਾ ਕੇ ਜਲ ਪਾਣੀ ਪੁੱਛ ਲਓ, ਵਾਹਿਗੁਰੂ ਆ ਜਾਓ 2 ਮਿੰਟ ਚਾਹ ਪੀ ਲਈਏ। ਪਤਾ ਨਹੀਂ ਕਦੋਂ ਅੱਖਾਂ ਮੀਟ ਜਾਣੀਆਂ, ਘੜੀ ਦਾ ਤੇ ਪਤਾ ਨਹੀਂ ਹੈ। 100 ਮਿੰਟ ਆਪਣੇ ਕੋਲ 5-6 ਬਾਕੀ ਨੇ। ਆਪਾਂ ਸਾਹਿਬਜ਼ਾਦਾ ਫਤਿਹ ਸਿੰਘ ਵੱਲ ਜਾਣਾ। ਪ੍ਰਸੰਗ ਵੀ ਅਧਿਆਏ ਪੂਰਾ ਹੋ ਰਿਹਾ ਹੈ। ਅਜ ਕਰ ਕਰਮ ਕਰਮ ਮਾ ਸੋ ਮਗ ਸਗਰਾ ਜਾਇ ਪਰਵੇਸੇ ਸੁਖ ਸੋ ਨਗਰਾ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਪੈਂਡਾ ਤੈਅ ਕਰਦੇ ਕਰਦੇ ਤਲਵੰਡੀ ਰਾਏ ਭੋਏ ਦੀ ਪਾਕਿਸਤਾਨ ਜਾ ਪਹੁੰਚੇ ਹਨ। ਕੁਸਲ ਸੰਦੇਸ਼ ਸੁਨੇ ਸਭ ਰਾਉ ਕਾਵਤ ਭਾ ਮਿਰਦਲ ਸੁਭਾਉ। ਕਹਿੰਦੇ ਪਹਿਲੋਂ ਸਿੱਧਾ ਹੀ ਮਹਿਤਾ ਕਾਲੂ ਜੀ ਰਾਏ ਬੁਲਾਰ ਦੇ ਮਹਿਲ 'ਚ ਗਏ, ਕਿਉਂਕਿ ਬਾਬਾ ਜੀ ਕਹਿੰਦੇ ਸੀ ਪਹਿਲਾਂ ਉਹਦੇ ਕੋਲ ਜਾਇਓ ਜਾਂਦਿਆਂ ਹੀ, ਤੇ ਸਿੱਧਾ ਹੀ ਉਹਦੇ ਘਰ ਗਏ। ਜਾ ਕੇ ਜਦੋਂ ਪੁੱਛਿਆ ਮੇਰਾ ਨਾਨਕ ਦਾ ਕੀ ਹਾਲ ਹੈ, ਤੇ ਬਾਪੂ ਜੀ ਕਹਿੰਦੇ ਬਸ ਤੇਰਾ ਹੀ ਖਿਆਲ ਹੈ। ਕਹਿੰਦੇ ਜਦੋਂ ਜਾਂਦਿਆਂ ਗਏ ਉਦੋਂ ਵੀ ਤੇਰਾ ਪੁੱਛਿਆ ਨਾਨਕ ਨੇ, ਤੇ ਹੁਣ ਤੁਰਨ ਲੱਗਿਆ ਵੀ ਤੇਰੇ ਬਾਰੇ ਪੁੱਛਿਆ। ਸੰਗਤੇ ਰੱਬ ਕਿਸੇ ਬਾਰੇ ਨਹੀਂ ਪੁੱਛਦਾ। ਬਹੁਤ ਖਾਸ ਹੀ ਹੋਵੇ ਕੋਈ ਤੇ ਉਹਨੂੰ ਰੱਬ ਪੁੱਛਦਾ। ਹੁਣ ਇਸ ਵੇਲੇ ਰੱਬ ਨੇ ਸਿੱਧਾ ਨਹੀਂ ਆਉਣਾ, ਕਿਸੇ ਸੇਵਾਦਾਰ ਰਾਗੀ ਗ੍ਰੰਥੀ ਦੇ ਵਿੱਚ ਦੀ ਹੋ ਕੇ ਆਉਣਾ ਏ। ਕਈ ਵਾਰੀ ਮੈਂ ਉਹ ਬੰਦੇ ਵੇਖੇ ਵੀ ਜਦੋਂ ਗੁਰੂ ਕਾ ਵਜ਼ੀਰ ਕਵੇ ਜੀ ਆਪਾਂ ਸੇਵਾ ਕਰੀਏ, ਅੱਗੋਂ ਮੰਦੇ ਸ਼ਬਦ ਬੋਲਦੇ, ਕਹਿ ਦਿੰਦੇ ਕੀ ਤੁਸੀਂ ਰੋਜ਼ ਮੰਗਦੇ ਭੁੱਖ ਵਰਤਾਈ। ਉਹ ਫਿਰ ਮੈਂ ਅੱਖੀਂ ਵੇਖਿਆ ਵੀ ਇੱਥੇ ਜਵਾਬ ਦੇ ਕੇ ਤੇ ਡਾਕਟਰ ਕੋਲ ਲੱਖਾਂ ਹੀ ਦੇ ਆਉਂਦੇ। ਉੱਥੇ ਫਿਰ ਏਦਾਂ ਹੱਥ ਜੁੜਦੇ ਕਿ ਮਹਾਰਾਜ ਛੁੱਟੀ ਦੇ ਦਿਓ। ਉਹ ਕਹਿੰਦੇ ਪਹਿਲਾਂ 3,35,000 ਜਿਹੜਾ ਪੇ ਕਰੋ। ਜਿੰਨਾ ਚਿਰ ਤੁਹਾਨੂੰ ਪੇ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਬੈੱਡ ਨਹੀਂ ਛੱਡਣਾ ਮਿਲਣਾ। ਤੇ ਫਿਰ ਲੈ ਦਿੰਦੇ ਕਿ ਨਹੀਂ। ਇਸ ਕਰਕੇ ਸੰਗਤੇ ਕਦੇ ਵੀ ਭਾਵੇਂ ਜਿੱਦਾਂ ਦਾ ਕੋਈ ਮਰਜ਼ੀ ਹੈ ਇਹ ਸੇਵਾ ਸਾਂਭ ਲਿਆ ਕਰੋ। ਇਹ ਗੁਰੂ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਕਿਹਾ ਕਿ ਜਦੋਂ ਪਿਤਾ ਜੀ ਨੇ ਕਿਹਾ ਵੀ ਤੁਹਾਡਾ ਹੀ ਖਿਆਲ ਹੈ, ਕਹਿੰਦੇ ਇੰਨੀ ਕੁ ਖੁਸ਼ੀ ਚੜ੍ਹ ਗਈ ਰਾਏ ਬੁਲਾਰ ਨੂੰ ਕਿ ਮੈਨੂੰ। ਹੁਣ ਤੁਸੀਂ ਇੱਕ ਚੀਜ਼ ਵੇਖੋ ਵੀ ਤੁਸੀਂ ਆਪਣੇ ਬੱਚਿਆਂ ਲਈ, ਮੈਂ ਵੀ ਕਿੰਨੀ ਕਮਾਈ ਕੀਤੀ, ਕਿੰਨਾ ਰੁਲੇਸ ਕਰ ਲਈ, ਕਦਰ ਨਹੀਂ ਪੈਣੀ। ਫੇਰ ਵੀ ਬੁੱਢੇ ਬਾਰੇ ਨਵਾਂ ਪੋਤੇ ਮਾਂ ਪਿਓ ਕਹਿੰਦਾ ਬਾਪੂ ਸਾਡਾ ਕੀ ਕੀਤਾ ਈ। ਤੇ ਥੋੜਾ ਜਿਹਾ ਜ਼ਿੰਦਗੀ ਦਾ ਹਿੱਸਾ ਗੁਰੂ ਨੂੰ ਦੇ ਦਿਓ। ਜ਼ਿੰਦਗੀ ਦਾ ਹਿੱਸਾ ਵੀ ਤੇ ਮਾਇਆ ਦਾ ਹਿੱਸਾ ਵੀ। ਜ਼ਿਆਦਾ ਨਹੀਂ ਗੁਰੂ ਨੇ ਮੰਗਿਆ, 10ਵਾਂ ਕੁ ਮੰਗਿਆ ਵੀ 24 ਘੰਟਿਆਂ 'ਚੋਂ 2 ਘੰਟੇ ਮੇਰੇ ਕੋ ਆ ਜਾਇਆ ਕਰ। ਜੇ ਤੇਰੇ ਕੋਲ 10,000 ਹੈ ਤੇ 1,000 ਮੈਨੂੰ ਦੇ ਜਾ ਕਰ। ਜ਼ਿਆਦਾ ਤੇ ਮੰਗਿਆ ਹੀ ਨਹੀਂ, 10ਵਾਂ ਹਿੱਸਾ ਮੰਗਿਆ ਹੈ। ਤੇ ਆਪਾਂ ਤਾਂ ਦਿੰਦੇ 10ਵਾਂ ਕੀ, ਆਪਾਂ ਤਾਂ 20ਵਾਂ ਵੀ ਨਹੀਂ ਦਿੰਦੇ ਮਹਾਰਾਜ ਨੂੰ, ਸਾਰਾ ਆਪ ਹੀ। ਤੇ ਫਿਰ ਜਦੋਂ ਆਪਾਂ ਦੁਖੀ ਹੋਈਦਾ ਹਸਪਤਾਲ 'ਚ ਤਾਂ ਫਿਰ ਆਪਾਂ ਕਹੀਦਾ ਮਹਾਰਾਜ ਮੈਨੂੰ ਇੱਥੋਂ ਕੱਢ, ਮੈਂ ਤੇਰੇ ਘਰ ਜੋ ਉਹੋ ਹੀ ਦੇ ਦੂੰਗਾ। ਕਹੀਦਾ ਕਿ ਨਹੀਂ। ਮੈਂ ਵੀ ਰਹਿ ਕੇ ਆਇਆ 15 ਦਿਨ ਹਸਪਤਾਲ, ਤੇ ਮੈਂ ਤੇ ਆਪ ਕਹਿੰਦਾ ਸੀ ਮਾਤਾ ਦੇ 2-2.5 ਲੱਖ ਲੱਗਾ। ਮੈਂ ਕਿਹਾ ਮਹਾਰਾਜ ਤੇਰੀ ਸੇਵਾ ਕਰਨ ਲੱਗਿਆ ਆਖੀਦਾ ਮੈਂ ਗਰੀਬ ਹਾਂ। ਤੇ ਹੁਣ ਦੱਸ, ਹੁਣ ਡਾਕਟਰਾਂ ਨੂੰ ਕਹਿ ਮੈਂ ਗਰੀਬ ਹਾਂ, ਉਹ ਕਹਿੰਦੇ ਜਮ੍ਹਾਂ ਕਰਾਓ। 9 ਵਜੇ ਨੂੰ 35,000 ਰੋਜ਼, ਇੱਕ ਰਾਤ ਦਾ 20-25,000 ICU ਦਾ। ਤੇ ਉੱਥੇ ਦਹੀਂ ਦੇ ਹੱਥ ਜੋੜ ਕੇ ਸੰਗਤ 'ਚ ਦਿਆ ਕਰੋ, ਸੰਗਤ ਨੂੰ ਛਕਾ ਦਿਆ ਕਰੋ। ਕੋਈ ਸੇਵਾ ਲੱਭਦੀ ਛਾਲਾਂ ਮਾਰ ਕੇ ਕਰ ਲਓ। ਬਾਪੂ ਰਾਏ ਬੁਲਾਰ ਜੀ ਪਿਆਰ 'ਚ ਭਿੱਜ ਗਏ। ਹਰਿ ਕਰ ਉਰ ਮੈਂ ਮੂਰਤ ਧਿਆਨਾ, ਬੰਦੈ ਪਦ ਜਨ ਨਿਜ ਢਿਗ ਜਾਨਾ। ਕਹਿੰਦੇ ਰਾਏ ਬੁਲਾਰ ਜੀ ਉਮਰ 'ਚ ਵੱਡੇ ਐ, ਧਨ 'ਚ ਵੱਡੇ ਐ, ਸਤਿਕਾਰ 'ਚ ਵੱਡੇ ਐ, ਪਰ ਗੁਰੂ ਨਾਨਕ ਦੇ ਬੋਲ ਸੁਣ ਕੇ ਖੁਸ਼ੀ ਇੰਨੀ ਆ ਗਈ ਮਹਿਤਾ ਕਾਲੂ ਦੇ ਚਰਨਾਂ ਨੂੰ ਹੱਥ ਲਾਤਾ। ਵੇਖੋ ਜਿਨ੍ਹਾਂ ਨੂੰ ਗੁਰੂ ਦੀ ਕਦਰ, ਇੰਨਾ ਇਸ਼ਕ ਕਰਦੇ ਐ। ਆਓ ਸਾਧ ਸੰਗਤ ਜੀ, ਹੁਣ ਆਪ ਸੰਗਤਾਂ ਨੇ ਪ੍ਰੇਮ ਦੇ ਨਾਲ ਵਰਖਾ ਕਰਨੀ ਹੈ। ਥੋੜ੍ਹੇ ਜਿਹੇ ਬੋਲ ਮੈਂ ਸਾਂਝੇ ਕਰਾਂ। ਅੰਮ੍ਰਿਤ ਵੇਲੇ ਮਾਤਾ ਅਜੀਤ ਕੌਰ ਜੀ ਦਾ ਜ਼ਿਕਰ ਆਇਆ ਹੈ, ਤੇ ਜਿਹੜੇ ਬਾਬਾ ਅਜੀਤ ਸਿੰਘ ਸੀ ਮਾਤਾ ਸੁੰਦਰ ਕੌਰ ਦੇ ਸਪੁੱਤਰ ਸੀ। ਇਸ ਤਰ੍ਹਾਂ ਕਰਕੇ ਵੱਖੋ ਵੱਖਰੀ ਰਾਏ ਹੈ। ਚਲੋ ਜੋ ਵੀ ਹੋਵੇ ਹੈ ਤਾਂ ਗੁਰੂ ਕੇ ਸਬੂਤ ਹੈ। ਜਿੱਦਾਂ ਦਾ ਵੀ ਇਤਿਹਾਸ ਗੁਰਮੁਖਾਂ ਨੂੰ ਮਿਲਿਆ ਹੈ ਕਿ ਮਾਤਾ ਸੁੰਦਰ ਕੌਰ ਤੇ ਜੀਤ ਕੌਰ ਜੀ ਜਿਨ੍ਹਾਂ ਦੇ ਨਾਲ ਮਹਾਰਾਜ ਨੇ ਗ੍ਰਸਤੀ ਜੀਵਨ ਬਿਤਾਇਆ, ਮਾਤਾ ਸਾਹਿਬ ਕੌਰ ਜੀ ਨੂੰ ਆਤਮਿਕ ਆਨੰਦ ਦਿੱਤਾ। ਉਹਨਾਂ ਨਾਲ ਗ੍ਰਸਤੀ ਜੀਵਨ ਨਹੀਂ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ, ਉਹਨਾਂ ਨੂੰ ਖਾਲਸੇ ਦੀ ਮਾਂ ਬਣਾਇਆ। ਕਿਉਂਕਿ ਖਾਲਸੇ ਦਾ ਅਰਥ ਹੈ, ਖਾਲਸੇ ਦੀ ਡੈਫੀਨੇਸ਼ਨ ਹੈ ਸੱਚਾ ਤੇ ਸੁੱਚਾ, ਜਿਹਦੇ 'ਚ ਕੋਈ ਮਿਲਾਵਟ ਨਹੀਂ। ਤੇ ਉਹ ਪੁੱਤ ਮਹਾਰਾਜ ਨੇ ਮਾਤਾ ਸਾਹਿਬ ਕੌਰ ਨੂੰ ਦਿੱਤਾ ਕਿਉਂਕਿ ਉਹ ਵੀ ਸੁੱਚੀ ਰਹੀ। ਸੰਗਤੇ 9-10 ਘੰਟੇ ਦਾ ਚੌਂਕੜਾ ਸੀ ਮਾਤਾ ਸਾਹਿਬ ਕੌਰ ਦਾ।
ਇੰਨੀ ਬੰਦਗੀ ਸੀ, ਕਦੇ ਕਾਮ ਵੱਲ ਨੂੰ ਧਿਆਨ ਹੀ ਨਹੀਂ ਗਿਆ ਉਸ ਮਾਂ ਦਾ। ਇੰਨਾ ਕੁ ਸਬਰ ਦੇਤਾ ਗੁਰੂ ਨੇ, ਤਾਂ ਉਹਦੀ ਝੋਲੀ 'ਚ ਖਾਲਸਾ ਪਾਤਾ, ਕਿਉਂਕਿ ਖਾਲਸਾ ਪਵਿੱਤਰ ਹੈ, ਖਾਲਸੇ ਦੇ ਵਿੱਚ ਗੰਦਗੀ ਨਹੀਂ ਹੈਗੀ। ਇਸ ਕਰਕੇ ਉਸ ਮਾਂ ਨੂੰ ਮਾਰੇ ਕਹਿੰਦੇ ਤੂੰ ਪਵਿੱਤਰ ਹੈ ਤੇ ਤੇਰੀ ਕੁੱਖ ਹੀ ਇੰਨੀ ਕੁ ਪਵਿੱਤਰ ਹੈ, ਇਹਦੇ 'ਚ ਮੈਂ ਉਹ ਪੁੱਤ ਪਾਉਣਾ ਜਿਹੜਾ ਰਹਿੰਦੀ ਦੁਨੀਆ ਤੱਕ ਅਮਰ ਰਵੇ। ਅੰਮ੍ਰਿਤ ਵੇਲੇ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਰਾਗੀ ਸਿੰਘਾਂ ਨੇ ਆਸਾ ਦੀ ਵਾਰ ਸ਼ੁਰੂ ਕਰਤੀ। ਮੰਗਤੇ ਆ ਗਏ, ਭੰਡ ਆ ਗਏ, ਕਵੀਸ਼ਰ ਆ ਗਏ, ਕਵੀ ਆ ਗਏ, ਸੰਗਤਾਂ, ਸਾਰੀ ਕਾਇਨਾਤ ਢੁੱਕ ਗਈ ਮਹਾਰਾਜ ਦੇ ਘਰ। ਕਿਉਂਕਿ ਕੌਣ ਆਇਆ ਹੈ? ਗੁਰੂ ਸਾਹਿਬ ਦਾ ਚੌਥਾ ਫਰਜ਼ੰਦ, ਜਿਨੇ 13 ਪੋਹ ਨੂੰ ਨੀਹਾਂ 'ਚ ਖੜੋ ਜਾਣਾ। ਆਖੋ ਸਤਿਨਾਮ। ਸਾਧ ਸੰਗਤ ਦੀ ਬਹੁਤ ਵੱਡੀਆਂ ਤੁਸੀਂ ਧੰਨਵਾਦ। ਮੈਂ ਸਵੇਰੇ ਕਿਹਾ ਸੀ ਸੰਗਤੇ ਆਇਓ, ਬਹੁਤ ਰੂਹਾਂ ਨੇ ਬੋਲ ਪੂਰਾ ਕੀਤਾ। ਆਏ ਜਿਹੜੇ ਅੰਮ੍ਰਿਤ ਵੇਲੇ ਦੇ ਅਭਿਆਸੀ, ਮੈਂ ਸਤਿਕਾਰ ਕਰਦਾ ਏ। ਆਓ ਸਾਧ ਸੰਗਤ ਜੀ, ਸਾਹਿਬਜ਼ਾਦੇ ਦੇ ਆਉਣ ਤੇ ਪਰੀਆਂ ਮੰਗਲ ਗਾਏ, ਦੇਵਤਿਆਂ ਸ਼ਬਦ ਸੁਣਾਏ। ਔਰ ਜਿਹੜਾ ਦਮਾਲਾ ਹੈ ਨਾ ਸਿੱਖ ਇਤਿਹਾਸ 'ਚ, ਇਹਨੂੰ ਜਨਮ ਦਿੱਤਾ ਬਾਬਾ ਫਤਿਹ ਸਿੰਘ ਨੇ, ਕਿਉਂਕਿ ਨਿੱਕਾ ਸੀ ਸਾਰਿਆਂ ਤੋਂ। ਤੇ ਜਦੋਂ ਇੱਕ ਦਿਨ ਗੱਤਕਾ ਖੇਡਦੇ ਸਾਹਿਬਜ਼ਾਦੇ ਤੇ ਇਹ ਵੀ ਆ ਗਿਆ, ਤੇ ਮਹਾਰਾਜ ਕਹਿੰਦੇ ਮਾਤ ਜੀ ਇਹਨੂੰ ਇੱਥੋਂ ਲੈ ਜਾਓ, ਛੋਟਾ ਏ, ਇਹਦੀ ਉਮਰ ਨਹੀਂ ਅਜੇ। ਤੇ ਮਾਤਾ ਚੁੱਕ ਕੇ ਲੈ ਗਈ ਤੇ ਰੋਈ ਜਾਣ। ਕਹਿੰਦੇ ਮੈਂ ਵੀ ਖੇਡਣਾ। ਕਹਿੰਦੇ ਪੁੱਤ ਤੂੰ ਥੋੜਾ ਜਿਹਾ ਇੰਨਾ ਕੁ ਹੋਰ ਵੱਧ ਜਾ, ਫਿਰ ਖੇਡੀ। ਫਿਰ ਪਤਾ ਕੀ ਕੀਤਾ? ਸਤਿਗੁਰੂ ਦੇ ਸਾਹਿਬਜ਼ਾਦੇ ਨੇ ਅੰਦਰ ਜਾ ਕੇ ਆਪੇ ਹੀ, ਬੱਚੇ ਬੜੇ, ਉਹ ਤਾਂ ਰੂਹਾਂ ਸੀ, ਬਾਹਰ ਲੈ ਜਾਓ, ਬਾਹਰ ਲੈ ਜਾਓ, ਉਹ ਰੂਹਾਂ ਰੰਗੀਆਂ ਸੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਦਰੇ ਰਹਿਮਤ ਬਖਸ਼ਿਸ਼ ਵਰਤੀ ਹੈ। तो गुरु साहब जी की वडियाई हो रही, तो साहबजादा अंदर गए तो की किया? धन गुरु गोबिंद सिंह महाराज का दस्तारा आपे ला लिया, उपर रखिया, वो भी सिर ते वलेट लिया, तो साहबजादियां दे दस्तारे पे सी, वो भी वलेट ले। किन्ना वड्डा सारा दमाला बना के उच्चा ना, ते बाहर आ गए ते कहंदे मां हुण ना मैनू रोकी, तू क्या सी इन्ना घोर वड्डा हो जा फिर खिडाउणगे। कहंदे हुण मैं हो गया ही। आखो सतनाम। संगते गुरुद्वारा दमालड़ा साहब आनंदपुर जाइए तो एक पासे मिलता है, ये दमाली उत्थों आए। अज कई कहणगे लै निहंग कमले देग पी के एडी पग बन्नी फिरदे, ये कमले नहीं, ये गुरु दे वरसाए है। इन्हां निहंगां करके दिल्ली फतेह होई, नहीं तो किसी ने नहीं सी रद्द करने कानून। इन्हों आपां कह दईदा भी उदां तुरे फिरदे, एवें नहीं तुरे फिरदे। कई निहंग सिंह आनंदपुर ना, एक ने खरे कहंदे 150 मीटर की पग बधी, वो कहंदे धौण किदां संभाली? ये दमाला बाबा फतेह सिंह ने दिता 350 मीटर पग। उत्थे गोरे भी फोटोआं खिचाउण भी धन ही है एडी पग। अजकल तो अपने बच्चे इत्थे आके कहणगे बाबा रुमाल हैगा, मैं कहा की करना? कहंदे मत्था टेकना। घरों नंगे सिर ही आ जाते। तो विआह वाले मुंडे भी हुण ज्यादा बस लावां करा के पग ला के झोले च पा दिंदे, 5 मीटर ही भारी लगन दी। अज मेरे गुरु साहब दमालियां वाले बाबा जी का प्रकाश होया। पुत तेरे साहब कौरे निहंग सिंह, बाबा जी का गाज होया। ते गुरु के रागी सिंघां ने शब्द पढ़े बड़े प्रेम दे विच, प्यार दे विच आके। संगत जी कोई रह गया तो सारियां नूं फुल वरता दे, जे कोई रहिंदा तो हैगे तो, नहीं तो होर कर लियो, कोई भी बिरथा ना जावे। अज बापू दे लाल प्रकाश है। जिन्हां जिन्हां संगतां ने सेवा की, हाजरी भरी, मारे थाए पाउण। आप संगतां भी धन होए ते दास भी धन होए। घर लाल आया प्यारा, घर लाल आया प्यारा, प्रेमना घर लाल आया प्यारा, घर लाल आया प्यारा, घर
ਸਭ ਤਿਖਾ 부ਝਾਈ, ਸਭ ਤਿਖਾ 부ਝਾਈ। ਘਰ ਲਾਲ ਆਇਆ ਪਿਆਰਾ, ਘਰ ਲਾਲ ਆਇਆ ਪਿਆਰਾ। ਜੀ ਆਇਆਂ ਨੂੰ, 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 ਜੀ ਆਇਆਂ ਨੂੰ। ਗੁਰੂ ਗੋਬਿੰਦ ਸਿੰਘ ਦੇ ਜਾਇਆਂ ਨੂੰ, ਗੁਰੂ ਗੋਬਿੰਦ ਸਿੰਘ ਦੇ ਜਾਇਆਂ ਨੂੰ। ਜੀ ਆਇਆਂ ਨੂੰ, 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 ਜੀ ਆਇਆਂ ਨੂੰ। ਗੁਰੂ ਗੋਬਿੰਦ ਸਿੰਘ ਦੇ ਜਾਇਆਂ ਨੂੰ, ਗੁਰੂ ਗੋਬਿੰਦ ਸਿੰਘ ਦੇ ਜਾਇਆਂ ਨੂੰ। ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ, ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ। ਗੁਰ ਭਰਿਆ ਕਾਲ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ, ਰੱਖ ਲਿਓ ਬਿਰਦਬਾਣੇ ਦੀ ਚਿੱਤੋ ਗੁਪਤੋ ਸ਼ਹੀਦੋ ਸਿੰਘੋ। ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲਾਡਲੀਆਂ ਫੌਜਾਂ ਦੇ ਮਾਲਕੋ ਸਤਿਗੁਰੂ, ਫੌਜਾਂ ਰੱਖਿਓ ਤਿਆਰ ਬਰ ਤਿਆਰ। ਸੋਢੀ ਸੱਚੇ ਪਾਤਸ਼ਾਹ ਜੀਓ, ਤੇਰਾ ਖਾਲਸਾ ਜਪੇ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਾਧ ਸੰਗਤ। ਏਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸੱਚਖੰਡ ਚ ਆ ਗਏ। ਉਦਾਂ ਤਾਂ ਦੁੱਖ ਹੀ ਆ। ਹੁਣ ਇਹ ਵਹਿਮ ਕੱਢ ਦਿਓ ਵੀ ਅਮਰੀਕਾ ਕੈਨੇਡਾ ਚ ਜਾ ਕੇ ਸੁੱਖ, ਉੱਥੇ ਇਦੋਂ ਵੀ ਵੱਧ ਦੁੱਖ। ਬਹੁਤ ਗਏ ਇੱਥੋਂ, ਮੇਰੇ ਹੱਥਾਂ ਵਿੱਚ ਦੀ ਗਏ ਹੈ। ਮੈਂ ਅਰਦਾਸਾਂ ਕੀਤੀਆਂ, ਇੱਥੇ ਪਾਠ ਦੇ ਭੋਗ ਪਏ, ਸਰੋਪੇ ਲਏ, ਚੜਾ ਕੇ ਵੀ ਆਏ ਆ। ਫੋਨ ਕਰੀਦਾ ਕੀ ਹਾਲ ਹੈ, ਪੁੱਛੋ ਕੁਝ ਨਾ, ਪੁੱਛੋ ਕੁਝ ਨਾ। ਇੱਥੇ ਤੇ ਪਰੌਂਠੇ ਮਾਂ ਦੇ ਮਿਲਦੇ, ਇੱਥੇ ਤੇ ਬ੍ਰੈਡ ਹੀ ਖਾਣੇ ਪੈਂਦੇ ਭਰਾਵਾ। ਇਸ ਕਰਕੇ ਸਾਧ ਸੰਗਤ ਜੀ, ਜਿੰਨਾ ਆਨੰਦ ਇਸ ਧਰਤੀ ਤੇ ਕਿਤੇ ਨਹੀਂ। ਡਿੱਠਾ ਸਭ ਸੰਸਾਰ ਸੁਖ ਦਾ ਨਾਮ ਮਿਲਦਾ। ਐਵੇਂ ਨਾ ਝੂਰਿਆ ਕਰੋ। ਕਈ ਬਹੁਤੇ ਝੂਰਦੇ, ਬਾਬਾ ਜੀ ਮੇਰਾ ਵੀਜ਼ਾ ਨਹੀਂ ਲੱਗਦਾ। ਮੈਂ ਕਿਹਾ ਕੀ ਕਰਨਾ ਲਵਾ ਕੇ? ਪਹਿਲਾਂ ਮੈਂ ਪੁੱਛਿਆ, ਮੈਂ ਕਿਹਾ ਤੁਹਾਡੀ ਜਾਇਦਾਦ ਕੀ ਹੈ? ਕਹਿੰਦੇ 35 ਕਿੱਲੇ ਜ਼ਮੀਨ। ਤੇ ਰੋਂਦਾ ਦੋਵੇਂ ਜੀ। ਉਹ ਤੁਹਾਡਾ ਭਲਾ ਹੋ ਜੀ, ਇੱਥੇ ਰਕਸ਼ਾ ਚਲਾ ਕੇ ਮਿਰਜ਼ਾ ਸ਼ਾਮਾਂ ਨੂੰ ਆ ਕੇ ਕਹਿੰਦਾ ਚੜ੍ਹਦੀ ਕਲਾ, ਹੱਸਦਾ ਹੀ ਰਹਿੰਦਾ। ਤੇ 35 ਕਿੱਲੇ ਹੁੰਦਿਆਂ ਵੀ ਰੋਂਦੇ। ਉਮਰ ਮੈਂ ਕਿਹਾ ਕਿੰਨੀ ਤੁਹਾਡੀ? ਕਹਿੰਦੇ ਜੀ 42। ਤੇ ਮੈਂ ਕਿਹਾ ਮਗਰ ਕੀ ਰਹਿ ਗਿਆ? ਵੀ ਹੁਣ 70 ਹੁੰਦੀ ਆ ਨਾ, ਇੱਥੇ ਇੱਕ ਸਮਾਪਤੀ ਆ, ਤੇ 50 ਦੇ ਨੇੜੇ ਤੇ ਉਹ ਚੱਲੇ, ਤੇ ਅਜੇ ਵੀ ਬੰਦਾ ਰੋਈ ਜਾਂਦਾ। ਕਿ ਰੋਟੀ ਰੱਜ ਕੇ ਖਾਂਦੇ, ਸੋਹਣੀ ਕੋਠੀ ਆ, ਬੱਚੇ ਕੋਲ ਆ, ਇੱਧਰੋਂ ਜਾਪ ਸਾਹਿਬ ਦੀ ਆਵਾਜ਼ ਆਉਂਦੀ ਹੈ, ਇੱਧਰੋਂ ਜਪਜੀ ਸਾਹਿਬ ਪੜ੍ਹਿਆ ਜਾਂਦਿਆ, 5 ਕਦਮਾਂ ਤੇ ਗੁਰੂ ਘਰ ਆ। ਇੱਥੋਂ ਬੌਲੀ ਸਾਹਿਬ ਹੈ, ਪਰੇ ਭਾਈ ਲਾਲੋ, ਮਾਤਾ ਦਮੋਦਰੀ, ਇੱਥੋਂ 5 ਮਿੰਟਾਂ 'ਚ ਬੇਬੇ ਨਾਨਕੀ, 1 ਮਿੰਟ ਝੱਟ ਸਾਹਿਬ, 3 ਮਿੰਟਾਂ 'ਚ ਬੇਰ ਸਾਹਿਬ, 4 ਮਿੰਟਾਂ 'ਚ ਗੁਰੂ ਕਾ ਬਾਗ, 3 ਮਿੰਟਾਂ 'ਚ ਸੰਤ ਘਾਟ। ਚੱਪਾ ਚੱਪਾ ਧਰਤੀ ਪੰਜਾਬ ਦੀ ਗੁਰੂ ਦੇ ਚਰਨਾਂ ਕਮਲਾਂ ਨਾਲ ਰੰਗੀ ਪਈ।
ਅੱਜ ਜਿਹੜਾ ਆਉਂਦਾ ਕਹਿੰਦਾ ਬਾਬਾ ਪੰਜਾਬ ਤੋਂ ਛੇਤੀ ਨਿਕਲ ਜਾ। ਕਿਉਂ ਨਿਕਲ ਜਾ? ਕਿਉਂਕਿ ਲੋਭ ਦਾ ਲਾਲਚ ਪੈ ਗਿਆ। ਇਹ ਜਿਹੜਾ ਟਿਕਣ ਨਹੀਂ ਦਿੰਦਾ। ਮਹਾਰਾਜ ਕਿਰਪਾ ਕਰੇ। ਗੁਰਬਾਣੀ ਕਹਿੰਦੀ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਿੱਥੇ ਮਰਜੀ ਭੱਜ ਲੈ। ਤੇ 50 ਸਾਲ ਅਮਰੀਕਾ ਚੋਂ ਇੱਕ ਲਾ ਕੇ ਆਇਆ। ਜੇ ਮਿਲਣਾ ਉਹਨੂੰ ਤੇ ਹਰਿਮੰਦਰ ਸਾਹਿਬ ਜਾਇਓ, ਉੱਥੇ ਭਾਂਡਿਆਂ ਦੀ ਸੇਵਾ ਕਰਦਾ ਜੀ। ਕਹਿੰਦਾ ਬਾਬਾ ਜੀ ਮੂੰਹ ਨਹੀਂ ਕਰਦਾ ਉਹਨੂੰ ਮੈਂ, ਜਿੰਨਾ ਆਨੰਦ ਕਹਿੰਦਾ ਗੁਰੂ ਰਾਮਦਾਸ ਦੇ ਘਰੇ। ਕਮਾਈ ਕਾਹਦੇ ਲਈ ਕਰੀ ਦੀ? ਵੀ ਸੁੱਖ ਮਿਲੇ, ਆਨੰਦ ਆਵੇ। ਕਹਿੰਦੇ ਜਿਹੜੇ ਸੁੱਖ ਨੂੰ ਆਨੰਦ ਨੂੰ ਲੋਕੀ ਲੱਭਦੇ ਉਹ ਤਾਂ ਗੁਰੂ ਦੇ ਕੋਲ। ਜਿੱਥੇ ਆਪਾਂ 5 ਮਿੰਟ ਤੋਂ ਵੱਧ ਬਹਿੰਦੇ ਨੇ, ਸਭ ਤੋਂ ਘੱਟ ਸਮਾਂ ਅੱਜ ਮਾਰੇ ਕੋ ਬਹਿੰਦੇ ਆਪਾਂ। ਆ ਵੀ ਤੁਹਾਡਾ ਪਿਆਰ ਡਾਢਾ ਸੰਗਤਾਂ ਦਾ, ਕੋਈ ਤਰਸ ਗੁਰੂ ਅਰਜਨ ਸਾਹਿਬ ਦਾ। ਇੰਨੀ ਸੰਗਤ ਜੁੜ ਜਾਂਦੀ ਨਹੀਂ ਤੇ ਗੁਰੂ ਘਰ 'ਚ 4 5 2 3 ਬਸ। ਕੋਈ ਗੁਰੂ ਦੇ ਲਾਗੇ ਬਹਿ ਕੇ ਰਾਜੀ ਹੋਈ ਨਹੀਂ ਹੈ। ਇਸ ਕਰਕੇ ਸੰਗਤੇ ਲੱਖ ਲੱਖ ਵਧਾਈ ਆਪ ਜੀ ਨੂੰ। ਹੁਣ ਗੁਰੂ ਕੀ ਸੰਗਤ ਵੱਲੋਂ ਆਪ ਜੀ ਲਈ ਜਲ ਪਾਣੀ ਆਇਆ ਹੈ, ਤੂੰ ਛਕ ਕੇ ਜਾਇਓ ਲੈ ਕੇ। ਹੁਣ ਰਾਗੀ ਜਥੇ ਦਾ ਸਮਾਂ ਹੈ। ਆਪਾਂ ਗੀਤ ਗਾਏ, ਹੁਣ ਇਹਨਾਂ ਨੇ ਗਾਉਣੇ ਆ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ